मेरे दर्शकों अज दे नवा पंजाब के शो में तुहाडा निੱਘਾ स्वागत है। इस शो दे विच मेरे नाल सीनियर पत्रकार बलवीर सिंह जंडू हैं। उन्हां नाल गल करांगे कि कई अहम मसले ने, जिवें श्रीलंका दे विच कल जिहड़ा उत्थों दे प्रधानमंत्री उहदे घर दे उपर हमला किया गया, उन्हां दे घर नूं साड़ दिता गया, जिहड़ियां उत्थे झड़पां होईयां उहदे विच जिहड़ा है एक MP भी मारिया गया, उहदा बॉडीगार्ड भी मारिया गया, एक होर व्यक्ति मारिया गया। ये विदेश दी है, साडे गुआंढी देश की हालत ये है। तो अल्टीमेटली जिहड़े उत्थों दे प्रधानमंत्री सी उन्हां नूं अस्तीफा देना पिया। हुण श्रीलंका किधर नूं जाएगा, की नवीं सिचुएशन बनेगी, ये तो उत्थों की हालत बारे चर्चा करेंगे। उस तो अलावा कल राती मतलब तकरीबन 8 बजे के आस पास जिहड़ा मोहाली दे विच इंटैलीजेंस का हैडकुआटर है, पंजाब इंटैलीजेंस का हैडकुआटर, उहदे ते एक हमला किया गया। मतलब ग्रनेड नुमा हमला सीगा। ये हमला नूं लैके पंजाब दे विच चिंता जिहड़ी वध गई है कि पंजाब किधर नूं जा रहा, कि पंजाब माड़े दिनां वल दी निशानी किया जा रहा वख-वख हिस्सिਆਂ ਤੋਂ। ਇਹਦੇ बारे भी चर्चा करेंगे। इस दे नाल ही ਜਿਹੜੇ पंजाब कांग्रेस के साबका प्रधान ने नवजोत सिद्धू, उन्होंने कल मुख्य मंत्री भगवंत मान नाल लंबी मीटिंग की। ਤੇ ਉਹ ਤੋਂ ਬਾਅਦ ਮੀਟਿੰਗ ਤੋਂ ਬਾਅਦ ਉਹਨਾਂ ਕਿਹਾ ਕਿ ਜਿਹੜੇ ਭਗਵੰਤ ਮਾਨ ਨੇ ਕਾਂਗਰਸ ਦੇ ਮੁੱਖ ਮੰਤਰੀਆਂ ਨਾਲੋਂ 100 ਗੁਣਾ ਵੱਧ ਚੰਗੇ ਨੇ। ਇਹੋ ਜੀ ਬਿਆਨਬਾਜ਼ੀ ਤੋਂ ਬਾਅਦ ਹੁਣ ਕਾਂਗਰਸ ਦੇ ਵਿੱਚ ਟਿਕੇ ਰਹਿਣਗੇ ਜਾਂ ਨਹੀਂ, ਇਹ ਦੇਖਣਾ ਹੋਏਗਾ। ਉਸ ਤੋਂ ਅਗਲਾ ਹੈ ਕਿ ਹਰਿਆਣਾ ਸਰਕਾਰ ਨੇ ਇੱਕ ਨਵਾਂ ਸਿਲੇਬਸ ਲਿਆਂਦਾ ਹੈ। ਉਹ ਸਿਲੇਬਸ ਦੇ ਵਿੱਚ ਕਿਹਾ ਗਿਆ ਕਿ ਕਾਂਗਰਸ ਦੀਆਂ ਨੀਤੀਆਂ ਕਾਰਨ ਹੀ ਦੇਸ਼ ਦੀ ਜਿਹੜੀ 1947 ਦੇ ਵਿੱਚ ਵੰਡ ਹੋਈ, ਤਿੱਖਾ ਹਮਲਾ ਜਿਹੜਾ ਉਹ ਕੀਤਾ ਗਿਆ। ਉਹਦੇ ਨਾਲ ਵਿਦਿਆਰਥੀਆਂ ਦਾ ਪਹਿਲਾ ਜਿਹੜਾ ਸਿਲੇਬਸ ਸੀਗਾ ਉਹਨੂੰ ਤਬਦੀਲ ਕਰ ਦਿੱਤਾ ਗਿਆ। ਇਹਦਾ ਕੀ ਇੰਪੈਕਟ ਆ ਕਾਂਗਰਸ ਦੇ ਹੁੱਡਾ ਹੋਣਾ ਨੇ ਵੀ ਇਹਦੇ ਤੇ ਪ੍ਰਤੀਕਰਮ ਦਿੱਤਾ। ਇਸ ਦੇ ਨਾਲ ਹੀ ਕਈ ਹੋਰ ਖਬਰਾਂ ਵੀ ਹਨ। ਕਿਸਾਨਾਂ ਨਾਲ ਜੁੜੇ ਹੋਏ ਮਸਲੇ ਵੀ ਹੈਗੇ। ਜਿਹੜੇ ਸਤਿਆਪਾਲ ਮਲਿਕ ਨੇ ਮੇਘਾਲਿਆ ਦੇ ਜਿਹੜੇ ਰਾਜਪਾਲ ਨੇ, ਉਹਨਾਂ ਦੁਬਾਰਾ ਕਿਹਾ ਕਿ ਜਿਹੜੀ ਹਾਕਮ ਧਿਰ ਹੈ ਉਹਨੇ ਜਿਹੜਾ ਸਮਝੌਤਾ ਕੀਤਾ ਸੀ ਕਿਸਾਨਾਂ ਨਾਲ, ਉਹਦੇ ਤੇ ਅਮਲ ਨਹੀਂ ਕੀਤਾ। ਇਸ ਦੇ ਨਾਲ ਹੀ ਜਿਹੜਾ ਆਪਣੇ ਉੱਤਰ ਪ੍ਰਦੇਸ਼ ਦੀ ਹਾਈ ਕੋਰਟ ਆ, ਉਹਨੇ ਜਿਹੜਾ 4 ਜਿਹੜੇ ਕਿਸਾਨਾਂ ਨੂੰ ਮਾਰਨ ਵਾਲੇ ਜਿਹੜੇ ਲੋਕ ਸੀਗੇ ਜਿਨ੍ਹਾਂ ਨੇ ਦੜਿਆ ਸੀਗਾ, ਉਹਨਾਂ ਨੂੰ ਜ਼ਮਾਨਤ ਦੇਣ ਤੋਂ ਨਾ ਕਰ ਦਿੱਤੀ ਆ। ਕੁਝ ਹੋਰ ਮਾਮਲੇ ਵੀ ਆ। ਰੁਪਈਆ ਜਿਹੜਾ ਡਿੱਗਦਾ ਡਿੱਗਦਾ ਮੇਰਾ ਖਿਆਲ ਇੱਕ ਰਿਕਾਰਡ ਨੀਵੇਂ ਪੱਧਰ ਤੇ ਗਿਆ। ਬਹੁਤ ਸਾਰੇ ਹੋਰ ਮਸਲੇ ਵੀ ਆ, ਪਰ ਅਸੀਂ ਮੁੱਖ ਤੌਰ ਤੇ ਜਿਹੜੀ ਆ ਇਹਨਾਂ ਬਾਰੇ ਗੱਲ ਕਰਾਂਗੇ। ਇਹਨਾਂ 'ਚ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜਾ ਮੋਹਾਲੀ ਇੰਟੈਲੀਜੈਂਸ ਦਫ਼ਤਰ ਦੇ ਉੱਪਰ ਹੋਇਆ ਹਮਲਾ, मतलब ये भी कहा जाता कि जो अतवाद का दौर सी उदों भी कदे इहो जिहा हमला नहीं सी होया। जन साहब इस हमले बारे तुसीं की कहना चाहुंदे? देखो, पिछले कई दिनों तो जिहड़ियां इस तरह ਦੀਆਂ घटनावां ਵੱਖ-ਵੱਖ ਥਾਵਾਂ ਤੇ ਵਾਪਰ ਰਹੀਆਂ। ਕੋਈ ਨਾ ਕੋਈ ਸਰਗਰਮੀ ਜਿਹੜੀ ਹੈ ਖਾਲਿਸਤਾਨ ਨਾਲ ਜੁੜੇ ਜਿਹੜੇ ਲੋਕ ਹੈਗੇ ਜਾਂ ਤੱਤ ਹੈਗੇ ਆ ਉਹਨਾਂ ਨੇ ਕੀਤੀ ਹੈਗੀ ਹੈ। ਜਿਸ ਤਰ੍ਹਾਂ ਹਿਮਾਚਲ ਪ੍ਰਦੇਸ਼ 'ਚ ਹੋਈ ਪਰਸੋਂ, ਉੱਥੇ ਬਕਾਇਦਾ ਉਹਨਾਂ ਨੇ ਜਿਹੜੇ ਬਾਹਰ ਵਿਧਾਨ ਸਭਾ ਦੇ ਗੇਟ ਦੇ ਉੱਤੇ ਖਾਲਿਸਤਾਨ ਦੇ ਜਿਹੜੇ ਝੰਡੇ ਝੁਲਾਏ ਔਰ ਨਾਲ ਦੀ ਨਾਲ ਉਹਨਾਂ ਨੇ ਕੰਧਾਂ ਤੇ ਵੀ ਲਿਖਿਆ। ਔਰ ਉਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਅੰਦਰ ਬਹੁਤ ਇਸ ਗੱਲ ਤੋਂ ਖੌਫ ਵੀ ਸੀ, ਦਹਿਸ਼ਤ ਵੀ ਸੀ, ਚਿੰਤਾ ਵੀ ਸੀ। ਤਾਂ ਉੱਥੋਂ ਦੀ ਸਰਕਾਰ ਨੇ ਉਹਦੇ ਖਿਲਾਫ ਜਿਹੜੀ ਇੱਕ ਜਾਂਚ ਕਮੇਟੀ ਬਿਠਾਤੀ ਆ ਔਰ ਆਪਣੇ ਸਾਰੇ ਬਾਰਡਰ ਜਿਹੜੇ ਵੱਖ-ਵੱਖ ਸਟੇਟਾਂ ਨਾਲ ਲੱਗਦੇ ਆ ਉਹਨਾਂ ਨੂੰ ਚੌਕਸੀ ਵੀ ਬਹੁਤ ਵਧਾ ਦਿੱਤੀ ਹੈ। ਦੂਸਰਾ, ਕਰਨਾਲ 'ਚੋਂ ਜਿਸ ਤਰ੍ਹਾਂ 4 ਜਿਹੜੇ ਆ ਦਹਿਸ਼ਤਗਰਦ ਫੜੇ ਗਏ ਸੀ, ਜਿਹੜੇ ਪੰਜਾਬ ਤੇ ਹਰਿਆਣਾ ਪੁਲਿਸ ਦੀ ਸਾਂਝੀ ਕਾਰਵਾਈ ਦੇ ਨਾਲ, ਉਹਨਾਂ ਨੂੰ ਫੜਨ ਤੋਂ ਬਾਅਦ ਵੀ ਜਿਹੜੇ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦਾ ਸੰਬੰਧ ਬੱਬਰ ਖਾਲਸਾ ਨਾਲ ਹੈ ਤੇ ਉਹ ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚ ਹਥਿਆਰ ਤੇ ਨਸ਼ਾ ਸਪਲਾਈ ਕਰਦੇ ਸੀ। ਇਸ ਤਰ੍ਹਾਂ ਜਿਹੜੀ ਤੀਸਰੀ ਘਟਨਾ ਵਾਪਰੀ, ਉਹ ਤਰਨਤਾਰਨ ਦੇ ਕੋਲ ਜਿਹੜਾ ਧਮਾਕਾ ਖੇਜ ਸਮੱਗਰੀ ID ਔਰ RDX ਜਿਹੜਾ ਉਹ ਫੜੇ ਗਏ। ਸੋ ਇਸ ਕਰਕੇ ਜਿਹੜੀ ਇੱਕ ਹੋਰ ਘਟਨਾ ਜਿਹੜੀ ਮੋਹਾਲੀ ਦੇ ਵਿੱਚ ਹੀ ਵਾਪਰੀ, ਜਦੋਂ ਤੇ ਚੰਡੀਗੜ੍ਹ ਦੇ ਬੜੈਲ ਜੇਲ੍ਹ ਦੇ ਪਿਛਲੇ ਪਾਸੇ, ਕਿ ਉੱਥੋਂ ਵੀ ਜਿਹੜੇ ਡੈਟੋਨੇਟਰ, बैटरी और इस तरह का जो धमाका खेज समग्री जी सी वो फड़ी गई सी कुछ दिन पहले। सो असी जो इन सारिया घटनावां नूं देखते हैं तो उनके लड़ी च अगे ये गल वधदी है कि हुण जिहड़ियां अगे तक जिहड़े पुलिस वालों कार्रवाई करके फड़े जाते सी जां खालिस्तान के झंडे चलाउण तक जां नारे लिखण तक गल सी मुसी, पर हुण गल उस तों अगे वध के हमले करन वाल गल नूं तुर पई हैगी है। और जिहड़ा कल हमला होया, जिस तरह तुसीं दस्सिया ही है कि अतवाद के दौर च भी इस तरह की कोई घटना नहीं सी वापरी, पर हुण अजिहा घटना का वापरना और अजिहे थां ते जिथे इन्नी ज़्यादा लोग रहिंदे होण, रिहायशी इलाका सारा, और उत्थे दफ्तर है, उस दफ्तर दे विच जिस ढंग नाल वो
ਹਥਿਆਰ ਜਿਹੜਾ ਉੱਥੇ ਸੁੱਟਿਆ ਗਿਆ ਹੈਗਾ ਔਰ ਰਾਕਟ ਵੀ ਕਿਹਾ ਜਾ ਰਿਹਾ ਔਰ ਇਸ ਤਰ੍ਹਾਂ ਦੀ ਗੱਲ ਵੀ ਆ ਰਹੀ ਹੈ ਕਿ ਇਹ ਉਸ ਤਰ੍ਹਾਂ ਦਾ ਹੀ ਜਿਹੜਾ ਰਾਕਟ ਹੈ ਜਾਂ RPG ਸੀਗਾ ਜਿਸ ਤਰ੍ਹਾਂ ਦਾ 2016 ਵਿੱਚ ਜਨਵਰੀ ਦੇ ਵਿੱਚ ਜਿਹੜਾ ਪਠਾਨਕੋਟ ਤੇ ਹਮਲਾ ਹੋਇਆ ਸੀਗਾ ਉਸ ਦੇ ਵਿੱਚ ਇਸ ਦੀ ਵਰਤੋਂ ਕੀਤੀ ਗਈ ਸੀ। ਵੱਖ-ਵੱਖ ਜਿਹੜੀ ਰਾਏ ਉਹ ਇਹਦੇ ਬਾਰੇ ਆ ਰਹੀ ਹੈਗੀ ਹੈ, ਪਰ ਇਹ ਜ਼ਰੂਰ ਦੇਖਣ 'ਚ ਆਇਆ ਹੈਗਾ ਕਿ ਅਜੇ ਪੁਲਿਸ ਵੱਲੋਂ ਆਪਣੇ ਤੌਰ ਤੇ ਕੋਈ ਇਸ ਗੱਲ ਦੇ ਬਾਰੇ ਕੁਛ ਨਹੀਂ ਕਿਹਾ ਜਾ ਰਿਹਾ ਕਿ ਇਹ ਕੀ ਚੀਜ਼ ਸੀ, ਕੋਈ ਗ੍ਰਿਫਤਾਰ ਕੀਤਾ ਗਿਆ ਜਾਂ ਉਹ ਉੱਥੇ ਹਮਲਾ ਕਰਕੇ ਜਿਹੜੇ ਹੈ ਭੱਜ ਗਏ। ਔਰ ਇਹ ਜਿਹੜਾ ਹਮਲਾ ਉੱਥੇ ਹੋਇਆ ਵੀ ਹੈ ਉਹ ਜਿਹੜਾ ਡਿੱਗਿਆ ਹੈਗਾ ਰਾਕਟ ਜਾ ਕੇ ਜਾਂ ਉਹ ਜਿਹੜੀ ਵੀ ਚੀਜ਼ ਉਹਨਾਂ ਨੇ ਸੁੱਟੀ ਹੈਗੀ ਹੈ ਜਾਂ ਬੰਬ ਹੈ ਉਹ ਸਾਰਾ ਉੱਥੇ ਜਿਹੜਾ ਇੰਟੈਲੀਜੈਂਸ ਦਾ ਦਫ਼ਤਰ ਹੈ ਪੰਜਾਬ ਦਾ ਵਿੰਗ ਦਾ ਉਹਦੇ ਕਿਸੇ ਮੇਜ਼ ਦੇ ਕੋਲ ਜਾ ਕੇ ਡਿੱਗਿਆ ਜਿਹੜਾ ਜਾਣਕਾਰੀ ਮਿਲ ਰਹੀ ਹੈ ਜਾਂ ਜੋ ਕੁਛ ਰਿਪੋਰਟਾਂ 'ਚ ਸਾਹਮਣੇ ਆ ਰਿਹਾ। ਪਰ ਏਡੀ ਵੱਡੀ ਘਟਨਾ ਦਾ ਹੋ ਜਾਣਾ ਔਰ ਪੁਲਿਸ ਨੂੰ ਪਤਾ ਨਾ ਲੱਗਣਾ ਔਰ ਜੇ ਉਹ ਬੰਦੇ ਬਚ ਕੇ ਨਿਕਲ ਗਏ ਤਾਂ ਇਹ ਹੋਰ ਵੀ ਹੈਰਾਨੀ ਵਾਲੀ ਗੱਲ ਹੈ ਕਿ ਇਹੋ ਜਿਹੀ ਥਾਂ ਤੇ ਇਸ ਤਰ੍ਹਾਂ ਦਾ ਹਮਲਾ ਕਰਕੇ ਤਾਂ ਉਹ ਬਚ ਕੇ ਵੀ ਉੱਥੋਂ ਨਿਕਲ ਗਏ ਆ। ਉਹ ਕਦੋਂ ਗ੍ਰਿਫਤਾਰ ਹੁੰਦੇ ਆ ਔਰ ਸੈਨਿਕ ਟੀਮਾਂ ਵੀ ਜਿਹੜੀਆਂ ਹੈਗੀਆਂ ਉਹ ਗਈਆਂ ਹੈਗੀਆਂ ਉਹ ਸਾਰਾ ਇਸ ਗੱਲ ਦੀ ਜਾਂਚ ਕਰਨਗੀਆਂ ਕਿ ਇਹ ਜਿਹੜਾ ਹੈਗਾ ਹੈ ਕਿਸ ਪਾਸੇ ਤੋਂ ਕਿਸ ਤਰ੍ਹਾਂ ਸਾਰਾ ਕੁਝ ਵਾਪਰਿਆ ਹੈਗਾ ਉੱਥੇ। ਤੇ ਬਾਕੀ ਜਿਹੜੀ ਪੁਲਿਸ ਦੀ ਵੀ ਜਾਂਚ ਚੱਲ ਰਹੀ ਹੈ, ਪਰ ਇਹ ਜ਼ਰੂਰ ਹੈ ਕਿ ਇਸ ਦੇ ਨਾਲ ਪੰਜਾਬ ਦੇ ਲੋਕਾਂ ਦੇ ਅੰਦਰ ਪੰਜਾਬ ਜੰਡੂ ਸਾਹਿਬ ਇੱਕ ਮੈਂ ਇੱਥੇ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਇਹ ਸਾਡੇ ਜਿਹੜੀ ਹੈ ਭਾਵੇਂ ਇੰਟੈਲੀਜੈਂਸ ਦੇ ਦਫ਼ਤਰ ਤੇ ਹਮਲਾ ਹੋਇਆ ਇਹ ਇੰਟੈਲੀਜੈਂਸ ਦੀ ਫੇਲੀਅਰ ਹੈ, ਇਹ ਸਾਡੇ ਦੇਸ਼ ਦੀਆਂ ਖੁਫੀਆ ਏਜੰਸੀਆਂ ਦੀ ਵੀ ਫੇਲੀਅਰ ਹੈ ਜਿਹੜੇ ਦਾਅਵਾ ਕਰਦੇ ਕਿ ਅਸੀਂ ਬਹੁਤ ਸਖਤ ਪ੍ਰਬੰਧ ਕੀਤੇ ਹੋਏ ਆ, ਅਸੀਂ ਫਲਾਣੇ ਕਦਮ ਚੁੱਕੇ ਹੋਏ ਆ, ਮਤਲਬ ਇਹਨਾਂ ਨੂੰ ਇਸ ਗੱਲ ਦਾ ਪਤਾ ਤੱਕ ਨਹੀਂ ਲੱਗਾ ਵੀ ਆ ਕੁਝ ਵਾਪਰ ਰਿਹਾ। ਬਿਲਕੁਲ ਠੀਕ ਤੁਸੀਂ ਕਿਹਾ ਹੈਗਾ ਕਿ ਹਮਲਾ ਵੀ ਤਾਂ ਇੰਟੈਲੀਜੈਂਸ ਦੇ ਦਫ਼ਤਰ ਤੇ ਹੀ ਹੋਇਆ। ਹਾਂਜੀ ਹਾਂਜੀ ਹਾਂ, ਇਹ ਹੋਰ ਵੀ ਮਤਲਬ ਮੰਦਭਾਗਾ ਹੈਗਾ ਕਿ ਵੀ ਇਹਨਾਂ ਨੂੰ ਇਹ ਵੀ ਨਹੀਂ ਪਤਾ ਲੱਗਿਆ ਕਿ ਸਾਡੇ ਦਫ਼ਤਰ ਤੇ ਕੋਈ ਹਮਲਾ ਕਰਨ ਦੀ ਇਸ ਤਰ੍ਹਾਂ ਦੀ ਕੋਈ ਸਾਜ਼ਿਸ਼ ਹੋ ਰਹੀ ਹੈ ਜਾਂ ਕੋਈ ਇਸ ਤਰ੍ਹਾਂ ਦੀ ਕਾਰਵਾਈ ਸੰਭਵ ਹੈਗੀ ਹੈ। ਬਾਕੀ ਤੁਹਾਨੂੰ ਪਤਾ ਲੱਗੇਗਾ ਕਿ ਕੀ ਇੰਟੈਲੀਜੈਂਸ ਏਜੰਸੀਆਂ ਦੇ ਬਾਰੇ ਕੀ ਕਹਿੰਦੀ ਹੈ, ਪੰਜਾਬ ਪੁਲਿਸ ਕੀ ਕਹਿੰਦੀ ਹੈ, ਪਰ ਇਹ ਜ਼ਰੂਰ ਹੈ ਜੰਮੂ ਜੀ ਕਿ ਇਹਦੇ ਨਾਲ ਪੰਜਾਬ ਦੇ ਲੋਕਾਂ ਦੇ ਮਨਾਂ ਅੰਦਰ ਜ਼ਰੂਰ ਦਹਿਸ਼ਤ ਜਿਹੜੀ ਆਉਂਦੀ ਹੈ, ਖੌਫ ਆਉਂਦਾ ਹੈ ਕਿ ਇਹ ਸਾਰਾ ਕੁਝ ਜੋ ਵਾਪਰਿਆ ਕਿਤੇ ਇਹ ਨਾ ਹੋਵੇ ਕਿ ਜਿਸ ਤਰ੍ਹਾਂ ਦਾ ਪਹਿਲਾਂ ਪੰਜਾਬ 'ਚ ਕਾਲਾ ਦੌਰ ਲੰਘਿਆ ਉਸ ਪਾਸੇ ਨੂੰ ਸਥਿਤੀ ਜਾਵੇ। ਲੋਕਾਂ ਦੇ ਮਨਾਂ 'ਚ ਇਸ ਕਿਸਮ ਦੇ ਖਦਸ਼ੇ ਹੈ, ਭਾਵੇਂ ਕਿ ਇਸ ਖਦਸ਼ੇ ਅਜੇ ਨੇ ਮੁੱਢਲੇ ਪੜਾਅ ਤੇ ਹੀ ਹੈਗੇ ਆ, ਪਰ ਲੋਕਾਂ ਦੇ ਮਨਾਂ 'ਚ ਇਹ ਗੱਲ ਜ਼ਰੂਰ ਆਉਂਦੀ ਹੈ ਕਿਉਂਕਿ ਉਹਨਾਂ ਨੇ ਜਿਨ੍ਹਾਂ ਲੋਕਾਂ ਨੇ ਉਹ ਸਾਰਾ ਦੌਰ ਦੇਖਿਆ ਹੈਗਾ ਉਹ ਜ਼ਰੂਰ ਇਸ ਗੱਲ ਨੂੰ ਮਹਿਸੂਸ ਕਰਦੇ ਆ ਕਿ ਉਦੋਂ ਵੀ ਘਟਨਾਵਾਂ ਨੇ ਹੌਲੀ ਹੌਲੀ ਇਸ ਤਰ੍ਹਾਂ ਹੀ ਜ਼ੋਰ ਫੜਿਆ ਸੀ। ਹੁਣ ਇਹ ਜਿਹੜੀਆਂ ਘਟਨਾਵਾਂ ਦਾ ਅਸੀਂ ਜ਼ਿਕਰ ਕੀਤਾ ਇਹ ਲਗਭਗ ਪਿਛਲੇ 1 ਹਫ਼ਤੇ 'ਚ ਵਾਪਰੀਆਂ ਸਾਰੀਆਂ ਘਟਨਾਵਾਂ। ਸੋ ਜੇ ਇਹ ਘਟਨਾਵਾਂ 1 ਹਫ਼ਤੇ ਦੇ ਅੰਦਰ ਇਸ ਤਰ੍ਹਾਂ ਆਈਆਂ ਤਾਂ ਉਹ ਜੇ ਉੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਕੋਈ ਹੋਰ ਨੁਕਸਾਨ ਨਹੀਂ ਹੋਇਆ, ਇਸ ਤੋਂ ਚਲੋ ਬਚਾਅ ਹੈਗਾ, ਪਰ ਇਹ ਜ਼ਰੂਰ ਹੈ ਕਿ ਇਹਦੇ ਨਾਲ ਇੱਕ ਸਮੁੱਚਾ ਜਿਹੜਾ ਇੱਕ ਖਿੱਤਾ ਹੈਗਾ ਚਾਹੇ ਹਿਮਾਚਲ ਹੈ, ਚਾਹੇ ਹਰਿਆਣਾ ਹੈ, ਚਾਹੇ ਪੰਜਾਬ ਹੈ, ਤੇ ਉਹਦੇ ਵਿੱਚ ਇੱਕ ਜਿਹੜਾ ਖੌਫ ਦਾ ਮਾਹੌਲ ਜ਼ਰੂਰ ਲਗਾਤਾਰ ਪੈਦਾ ਹੁੰਦਾ ਜਾ ਰਿਹਾ ਹੈ। ਤੇ ਕੇਂਦਰ ਸਰਕਾਰ ਨੂੰ ਵੀ ਪੰਜਾਬ ਨੂੰ ਦੋਨਾਂ ਨੂੰ ਮਿਲ ਕੇ ਜਿਹੜਾ ਹੈ ਕੋਈ ਨਾ ਕੋਈ ਤਾਂ ਕਦਮ ਚੁੱਕਣੇ ਪੈਣਗੇ, ਭਾਵੇਂ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਇਹਦੇ ਤੇ ਚਿੰਤਾ ਜ਼ਾਹਰ ਕਰਦੇ ਆ ਮਤਲਬ ਸਖਤੀ ਦੇ ਹੁਕਮ ਦਿੱਤੇ ਨੇ ਵੀ ਇਹਨਾਂ ਨੂੰ ਸਖਤੀ ਨਾਲ ਡੀਲ ਕੀਤਾ ਜਾਵੇ। ਦੇਖੋ ਜਿਵੇਂ ਗੱਲ ਇਹ ਹੈ ਕਿ ਹਰ ਘਟਨਾ ਤੋਂ ਬਾਅਦ ਹੀ ਇਹ ਹੁਕਮ ਵੀ ਆਉਂਦੇ ਆ, ਜਾਂਚ ਵੀ ਹੁੰਦੀ ਹੈ, ਪਰ ਇਹ ਹੈ ਕਿ ਗੱਲ ਤਾਂ ਚੌਕਸੀ ਤਾਂ ਜਿਹੜੀ ਚਾਹੀਦੀ ਉਹ ਪਹਿਲਾਂ ਹੋਵੇ ਕਿ ਇਹੋ ਜਿਹੀਆਂ ਘਟਨਾਵਾਂ ਵਾਪਰਨ ਨਾ। ਹੁਣ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਜੇ ਅਸੀਂ ਗੱਲ ਲਈਏ ਉਦੋਂ ਬੇਸ਼ੱਕ ਉਹਨਾਂ ਦੀਆਂ ਗੱਲਾਂ ਨੂੰ ਬਿਲਕੁਲ ਵੱਖਰੇ ਢੰਗ ਨਾਲ ਲਿਆ ਜਾ ਰਿਹਾ ਸੀਗਾ ਕਿ ਉਹਨਾਂ ਦੀ ਸ਼ਾਇਦ ਕੁਰਸੀ ਗਈ ਹੈ ਜਾਂ ਕੁਰਸੀ ਜਾ ਰਹੀ ਹੈ, ਇਸ ਕਰਕੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ, ਪਰ ਹੁਣ ਉਹ ਗੱਲਾਂ ਜਿਹੜੀਆਂ ਹੌਲੀ ਹੌਲੀ ਹੈ ਉਹ ਸਾਹਮਣੇ ਵੀ ਆ ਰਹੀਆਂ ਜਿਸ ਕਿਸਮ ਦੀਆਂ ਉਹ ਗੱਲਾਂ ਕਰਦੇ ਸੀ ਕਿ ਪੰਜਾਬ ਦੇ ਅੰਦਰ ਪੰਜਾਬ ਦੀ ਸਰਹੱਦ ਦੇ ਸੂਬਾ ਹੋਣ ਕਰਕੇ ਖਾਸ ਕਰਕੇ ਸਰਹੱਦੀ ਖੇਤਰ ਬਾਕੀ ਥਾਵਾਂ ਤੇ ਸੁਰੱਖਿਆ ਦੇ ਨੂੰ ਜਿਹੜਾ ਸਾਡੇ ਖਤਰਾ ਹੈਗਾ ਔਰ ਇਸ ਤਰ੍ਹਾਂ ਦਾ ਜਿਹੜਾ ਐਲੀਮੈਂਟ ਹੈ, ਇਸ ਤਰ੍ਹਾਂ ਦਾ ਜਿਹੜੇ ਲੋਕ ਹੈ ਉਹ ਬਹੁਤ ਸਰਗਰਮ ਹੈਗੇ ਆ, ਇਸ ਤਰ੍ਹਾਂ ਦਾ ਜਿਹੜਾ RDX ਆ ਰਿਹਾ, ਬਾਕੀ ਹਥਿਆਰ ਆ ਰਿਹਾ ਔਰ ਉਸ ਦੇ ਨਾਲ ਅਸੀਂ ਦੇਖਦੇ ਹਾਂ ਕਿ ਜਿੱਥੇ ਇਹ ਘਟਨਾਵਾਂ ਉੱਥੇ ਜੰਮੂ ਜਿਹੜਾ ਕੱਲ ਇੱਕ ਡਰੋਨ ਵੀ ਜਿਹੜਾ ਹੈਗਾ BSF ਨੇ ਉੱਥੇ ਸਰਹੱਦ ਦੇ ਨੇੜੇ ਜਿਹੜਾ ਸੁੱਟਿਆ ਹੈਗਾ ਜਿਹਦੇ ਚੋਂ ਹੈਰੋਇਨ ਵੀ ਵੱਡੀ ਮਾਤਰਾ 'ਚ ਫੜੀ ਗਈ ਹੈ। ਸੋ ਅਸੀਂ ਦੇਖਦੇ ਹਾਂ ਕਿ ਇਹ ਸਾਰਾ ਕੁਝ ਜਿਹੜਾ ਹੈ ਉਹ ਵਾਪਰ ਤਾਂ ਰਿਹਾ ਹੈ, ਪਰ ਹੁਣ ਇਹ ਪੰਜਾਬ ਪੁਲਿਸ, ਪੰਜਾਬ ਸਰਕਾਰ, ਕੇਂਦਰ ਸਰਕਾਰ, ਖੂਫੀਆ ਏਜੰਸੀਆਂ ਇਹ ਸਾਰੀਆਂ ਇਹਦੇ ਤੇ ਕਿਸ ਤਰ੍ਹਾਂ ਦੀ ਆਪਣੀ ਕਾਰਵਾਈ ਕਰਦੀਆਂ ਜਾਂ ਕਿਸ ਢੰਗ ਨਾਲ ਇਹ ਸਾਰਿਆਂ ਨੂੰ ਡੀਲ ਕਰਦੀਆਂ ਉਹ ਦੇਖਣ ਵਾਲੀ ਹੋਏਗੀ। ਪਰ ਇਹ ਜ਼ਰੂਰ ਹੈ ਕਿ ਕੇਂਦਰ ਸਰਕਾਰ, ਪੰਜਾਬ ਸਰਕਾਰ ਨੂੰ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਹੈ ਕਿ ਲੋਕਾਂ ਦੇ ਮਨਾਂ 'ਚ ਇਸ ਤਰ੍ਹਾਂ ਦੀ ਦਹਿਸ਼ਤ ਨਾ ਪਵੇ ਤਾਂ ਜੋ ਇਹੋ ਜਿਹੀਆਂ ਘਟਨਾਵਾਂ ਨੂੰ ਪਹਿਲਾਂ ਹੀ ਰੋਕਿਆ ਜਾ ਸਕੇ। ਜਾਂ ਜਿਸ ਤਰ੍ਹਾਂ ਕਰਨਾਲ 'ਚ ਫੜੇ ਗਏ, ਤਰਨਤਾਰਨ 'ਚ ਫੜੇ ਗਏ, ਜੇ ਇਸ ਤਰ੍ਹਾਂ ਦੀ ਜਿਹੜੀ ਹੈ ਕਾਰਵਾਈ ਹੋਵੇ ਤਾਂ ਘੱਟੋ ਘੱਟ ਇਹ ਹੈ ਕਿ ਜਿਹੜੇ ਅਸਲਾ ਉੱਥੋਂ ਫੜਿਆ ਗਿਆ ਚਾਹੇ ਕਰਨਾਲ ਤੋਂ ਚਾਹੇ ਤਰਨਤਾਰਨ ਤੋਂ ਧਮਾਕਾ ਕਿਸਮ ਮਿਲੀ ਉਹ ਵੀ ਤਾਂ ਕਿਤੇ ਜੰਮੂ ਜੀ ਵਰਤੀ ਜਾਣੀ ਸੀ ਨਾ। ਇਸ ਕਰਕੇ
इस घटना ने एक ये जरूर है कि जिहड़ा पंजाब सरकार का ढिलापन है उसनूं जरूर नंगा कीता है। खास करके खुफिया एजेंसियां जिस तरह तुसीं दस्सिया कि नाकाम रही हैं, वो सारी स्थिति तो लोगों के सामने आ ही रही है ना। तो पंजाब पुलिस नूं भी और पंजाब सरकार नूं भी इस दे बारे अपना जिहड़ा सख्त कार्रवाई करके इन्हां सारियां घटनावां नूं अजिहे जिहड़े हैगे आ वापरन तो रोकण वाला कदम चुकने चाहिए और देखते हैं सरकार की करदी। इस ਤੋਂ ਜਿਹੜੀ ਹੈ ਇੱਕ ਗੱਲ ਅਗਲੀ ਜਿਹੜੀ ਹੈ ਅਸੀਂ ਕਰੀਏ ਕਿਸਾਨਾਂ ਨਾਲ ਸੰਬੰਧਿਤ। ਜਿਹੜੇ ਮੇਘਾਲਿਆ ਦੇ ਰਾਜਪਾਲ ਨੇ ਉਹਨਾਂ ਨੇ ਪਹਿਲਾਂ ਵੀ ਉਹ ਸਟੇਟਮੈਂਟਾਂ ਮਲਕ ਸਾਹਿਬ ਦਿੰਦੇ ਰਹੇ, ਕਿਸਾਨੀ ਅੰਦੋਲਨ ਦੌਰਾਨ ਵੀ ਉਹਨਾਂ ਨੇ ਕਿਸਾਨਾਂ ਦੀ ਡਟ ਕੇ ਮਦਦ ਕੀਤੀ ਸੀਗੀ। ਹੁਣ ਵੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਕਿਸਾਨਾਂ ਨਾਲ ਉਹ ਵਾਅਦੇ ਪੂਰੇ ਨਹੀਂ ਕੀਤੇ, ਇਹ ਵਾਅਦੇ ਪੂਰੇ ਹੋਣੇ ਚਾਹੀਦੇ ਸੀਗੇ। ਇਹ ਉਹਨਾਂ ਨੇ ਮਾੜੀ ਗੱਲ ਇਹਨੂੰ ਕਿਹਾ। ਤੇ ਇਸ ਦੇ ਨਾਲ ਹੀ ਜਿਹੜੇ 4 ਜਿਹੜੇ ਮੁਲਜ਼ਮ ਨੇ ਲਖੀਮਪੁਰ ਖੀਰੀ ਕਾਂਡ ਦੇ, ਉਹਨਾਂ ਨੂੰ ਜਿਹੜੀ ਆ ਅਦਾਲਤ ਨੇ ਜ਼ਮਾਨਤ ਦੇਣ ਤੋਂ ਨਾ ਕਰ ਦਿੱਤੀ ਹੈ। ਉਹਨਾਂ ਕਿਹਾ ਵੀ ਇਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਇਹ ਐਵੀਡੈਂਸ ਨਾਲ ਜਿਹੜੇ ਛੇੜਛਾੜ ਕਰਨਗੇ। ਮਤਲਬ ਇਹ ਅੱਛਾ ਫੈਸਲਾ ਜਿਹੜਾ ਉੱਥੋਂ ਆਇਆ ਹੈ। ਤੇ ਜਿਹੜਾ ਮਲਕ ਹੋਣਾ ਦਾ ਬਿਆਨ ਆ ਤੇ ਜਿਹੜੇ ਕੇਂਦਰ ਸਰਕਾਰ ਨੇ ਮੰਨੀਆਂ ਹੋਈਆਂ ਮੰਗਾਂ ਨਹੀਂ ਲਾਗੂ ਕੀਤੀਆਂ, ਇੱਕ ਉਹਨਾਂ ਦੀ ਪਾਰਟੀ ਦੇ ਰਾਜਪਾਲ ਵੱਲੋਂ ਇਹ ਕਹਿਣਾ, ਮੇਰਾ ਖਿਆਲ ਇਹਦੇ ਕੀ ਮੀਨਿੰਗ ਨੇ? देखो इहदे च गल बड़ी स्पष्ट है कि जिहड़ी सरकार है जिस तरह अपने कीते हुए वादे तो पिछे हटी है, उनके उत्ते जिस तरह जिहड़े मेघालय के राजपाल सत्यपाल मलिक उन्होंने उंगली उठाई है, इहदे तो स्पष्ट हुंदा है कि भारतीय जनता पार्टी के अंदर भी अजिहे आगू हैगे आ जिहड़े ईमानदारी नाल अपनी सरकार के उत्ते उंगली उठा सकते हैं, कह सकते हैं। और उन्होंने बकायदा ये गल कही है कि उदों सरकार ने वादा किया सीगा कि घट्टो घट्ट जिहड़ा समर्थन मुल है ਉਹ ਅਸੀਂ ਜਿਹੜਾ ਹੈ ਉਹਦੇ ਲਈ ਕਮੇਟੀ ਬਣਾ ਕੇ ਉਹ ਲਾਗੂ ਕਰਾਂਗੇ, ਤਾਂ ਉਹ ਵੀ ਅਜੇ ਤੱਕ ਲਾਗੂ ਨਹੀਂ ਹੋਇਆ ਔਰ ਨਾ ਹੀ ਜਿਹੜੀਆਂ ਹੋਰ ਮੰਗਾਂ ਸੀਗੀਆਂ ਉਹ ਲਾਗੂ ਕੀਤੀਆਂ ਗਈਆਂ। ਤਾਂ ਉਸ ਦੇ ਨਾਲ ਹੀ ਉਹਨਾਂ ਨੇ ਜਿਹੜੇ ਸਮਾਜਵਾਦੀ ਪਾਰਟੀ ਦੇ ਆਗੂ ਹੈ ਔਰ ਰਾਸ਼ਟਰੀ ਲੋਕ ਦਲ ਦੇ ਆਗੂ ਹੈ ਉਹਨਾਂ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਹੈ ਔਰ ਲਗਾਤਾਰ ਉਹ ਇਸ ਮਾਮਲੇ ਨੂੰ ਉਠਾਉਂਦੇ ਵੀ ਹੈਗੇ ਆ। ਤੇ ਦੂਸਰਾ ਨਾਲ ਜਿਹੜਾ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਲਖੀਮਪੁਰ ਖੀਰੀ ਜਿਹੜੀ ਘਟਨਾ ਸੀਗੀ ਉਹਦੇ ਵਿੱਚ 4 ਦੋਸ਼ੀਆਂ ਨੂੰ ਜਿਹੜੀ लखनऊ हाई कोर्ट है, जो इलाहाबाद हाई कोर्ट का ही बेंच है, उन्हें बकायदा वो ये गल कही हैगी है कि इन्हां 4 जिहड़े दोषी हैगे आ इन्हां नूं जमानत इस करके नहीं दित्ती जा सकती क्योंकि इन्हां दे जिहड़े नेड़ले जिहड़े रिश्तेदार है वो उन्हां दा बड़ा सियासी प्रभाव वाले है, सियासी तौर पर ताकतवर है। तो ये जिहड़ियां गवाहियां नूं तोड़ मरोड़ उन्हां नाल छेड़छाड़ करन दा जिहड़ा खदशा हैगा, ये गल कोर्ट ने अपना जिहड़ा हुक्म दिता है ਉਹਦੇ ਚ ਕਹੀ ਹੈ ਕਿ ਇਸ ਕਰਕੇ ਇਹਨਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾ ਸਕਦੀ। ਪਰ ਦੂਸਰੇ ਪਾਸੇ ਉਹਨਾਂ ਨੇ ਜਿਹੜੀਆਂ ਜਾਂਚ ਟੀਮਾਂ ਹੈਗੀਆਂ ਸੀਗੀਆਂ ਉਹਨਾਂ ਦੀ ਤਾਰੀਫ ਵੀ ਕੀਤੀ ਹੈ ਕਿ ਉਹਨਾਂ ਨੇ ਬੜੇ ਵਿਗਿਆਨਕ ਢੰਗ ਨਾਲ ਜਿਹੜਾ ਜਾਂਚ ਕਰਕੇ ਸਾਰਾ ਇਹ ਦੋਸ਼ ਜਿਹੜੇ ਸੀਗੇ ਇਹਨਾਂ ਨੂੰ ਸਿੱਧ ਕੀਤਾ ਚਾਰਜ ਸ਼ੀਟ ਦੇ ਵਿੱਚ, ਜਿਸ ਤਰ੍ਹਾਂ ਉਹਨਾਂ ਨੇ ਬਿਆਨ ਕੀਤਾ ਹੈਗਾ ਸਾਰਿਆਂ ਨੂੰ, ਜਿਹੜੇ ਐਵੀਡੈਂਸ ਉਹਨਾਂ ਨੇ ਉੱਥੇ ਨਾਲ ਪੇਸ਼ ਕੀਤੇ ਹੈਗੇ। ਸੋ ਇਸ ਤੋਂ ਲੱਗਦਾ ਹੈ ਕਿ ਇਹਦਾ ਕਿਸਾਨਾਂ ਨੂੰ ਇਨਸਾਫ ਮਿਲਣ ਵਾਲਾ ਇੱਕ ਹੋਰ ਕਦਮ ਜਿਹੜਾ ਹੈ ਉਹ ਅੱਗੇ ਵਧਿਆ ਔਰ ਸੰਯੁਕਤ ਕਿਸਾਨ ਮੋਰਚੇ ਨੇ ਇਸ ਫੈਸਲੇ ਦਾ ਅਦਾਲਤ ਦੇ ਸਵਾਗਤ ਵੀ ਕੀਤਾ ਔਰ ਉਹਨਾਂ ਨੂੰ ਲੱਗਦਾ ਹੈ ਆਸ ਬੱਝੀ ਹੈ, ਉਹਨਾਂ ਨੇ ਵੀ ਗੱਲ ਕਹੀ ਹੈ ਕਿ ਇਨਸਾਫ ਮਿਲੇਗਾ ਜੋ ਕੁਝ ਉੱਥੇ ਵਾਪਰਿਆ। ਬੇਸ਼ੱਕ ਅਜੇ ਤੱਕ ਕੇਂਦਰੀ ਮੰਤਰੀ ਮੰਡਲ ਚੋਂ ਜਿਹੜਾ ਮਿਸ਼ਰਾ ਹੈਗਾ ਗ੍ਰਹਿ ਰਾਜ ਮੰਤਰੀ ਉਹਨਾਂ ਨੂੰ ਤਾਂ ਨਹੀਂ ਢਾਇਆ ਗਿਆ, ਪਰ ਇਹ ਜ਼ਰੂਰ ਹੈਗਾ ਕਿ ਸੁਪਰੀਮ ਹਾਈ ਕੋਰਟ ਦੇ ਅਜਿਹੇ ਫੈਸਲੇ ਆਉਣ ਤੋਂ ਬਾਅਦ ਸਰਕਾਰ ਦੀ ਫਿਰ ਇੱਕ ਨੈਤਿਕ ਜਿਹੜਾ ਸੰਕਟ ਖੜਾ ਹੋ ਗਿਆ ਹੈ ਕਿ ਉਹ ਉਸ ਮਿਨਿਸਟਰ ਨੂੰ ਰੱਖੇ ਕਿ ਕੱਢੇ। ਪਰ ਜਿਸ ਤਰ੍ਹਾਂ ਦੀ ਸਥਿਤੀ ਹੈਗੀ ਹੈ ਕਿ ਉਹਨਾਂ ਨੇ ਕੱਢਣਾ ਤਾਂ ਨਹੀਂ ਹੈ, ਪਰ ਇਹ ਜ਼ਰੂਰ ਹੈ ਕਿ ਇੱਕ ਸਮਾਜਿਕ ਤੇ ਅਦਾਲਤੀ ਜਿਹੜਾ ਦਬਾਅ ਹੈਗਾ ਉਹ ਲਗਾਤਾਰ ਸਰਕਾਰ ਦੇ ਉੱਤੇ ਇਸ ਗੱਲ ਲਈ ਵੱਧ ਰਿਹਾ। ਜੋ ਉਹਨਾਂ ਨੇ ਸਿਆਸੀ ਤਾਕਤਵਰ ਹੋਣ ਦੀ ਗੱਲ ਕੀਤੀ ਹੈ ਉਹ ਵੀ ਤਾਂ ਇਸ਼ਾਰਾ ਉਹਨਾਂ ਦਾ ਅਸਲ ਦੇ ਵਿੱਚ ਜਿਹੜਾ ਕੇਂਦਰੀ ਗ੍ਰਹਿ ਰਾਜ ਮੰਤਰੀ ਹੈ ਆਸ਼ੀਸ਼ ਮਿਸ਼ਰਾ ਦਾ ਜਿਹੜਾ ਹੈਗਾ ਇਹ ਫਾਦਰ, ਉਹਦੇ ਵੱਲ ਹੀ ਹੈਗਾ। ਸੋ ਇਸ ਕਰਕੇ ਇਹ ਜਿਹੜੀ ਸਾਰੀ ਸਥਿਤੀ ਹੈ ਇਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਸਾਨ ਜਥੇਬੰਦੀਆਂ ਵੱਲੋਂ ਵੀ ਵੱਖ-ਵੱਖ ਢੰਗ ਨਾਲ ਆਪਣੇ ਜਿਹੜੇ ਪ੍ਰਦਰਸ਼ਨ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਉਹ ਜਾਰੀ ਹੈਗੇ ਹੈ ਔਰ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਜਿਹੜੀਆਂ 16 ਜਥੇਬੰਦੀਆਂ ਹੈਗੀਆਂ ਕਿਸਾਨਾਂ ਦੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਹੈ, ਕਿਉਂਕਿ 32 ਜਥੇਬੰਦੀਆਂ ਸੀ ਜਦੋਂ ਸੰਯੁਕਤ ਕਿਸਾਨ ਮੋਰਚੇ ਦਾ ਅੰਦੋਲਨ ਸ਼ੁਰੂ ਹੋਇਆ ਸੀ, ਪਰ ਕਿਉਂਕਿ ਜਿਹੜੀਆਂ ਬਾਕੀ ਦੀਆਂ ਜਥੇਬੰਦੀਆਂ ਨੇ ਚੋਣਾਂ ਲੜ ਕੇ ਉਹਨਾਂ ਨੂੰ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਨਾਂ ਨੂੰ ਆਪਣੇ ਨਾਲ ਨਹੀਂ ਜੋੜਿਆ, ਤਾਂ ਇਹਨਾਂ 16 ਜਥੇਬੰਦੀਆਂ ਜਿਹੜੀਆਂ ਨੇ ਹੁਣ ਕੱਲ ਜਿਹੜੀ ਹੈ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਵਿਧਾਇਕਾਂ ਦੇ ਘਰਾਂ ਅੱਗੇ ਜਾ ਕੇ ਉਹਨਾਂ ਨੂੰ ਮੰਗ ਪੱਤਰ ਵੀ ਦਿੱਤੇ ਆ, ਉੱਥੇ ਆਪਣੇ ਪ੍ਰਦਰਸ਼ਨ ਵੀ ਕੀਤੇ ਆ
ਔਰ ਉਹਦੇ ਵਿੱਚ ਖਾਸ ਕਰਕੇ ਜਿਹੜੀ ਕਣਕ ਦੇ ਦਾਣਾ ਸੁੰਗੜਿਆ, ਹੋਰ ਜਿਹੜੀਆਂ ਮੌਸਮ ਦੀ ਮਾਰ ਪਈ ਹੈ ਫਸਲਾਂ ਨੂੰ ਪੰਜਾਬ ਦੇ ਵਿੱਚ, ਉਹ ਸਾਰੀਆਂ ਮੰਗਾਂ ਵੀ ਸ਼ਾਮਲ ਹੈਗੀਆਂ ਉਹਨਾਂ ਦੀਆਂ ਮੁੱਖ ਮੰਗਾਂ ਤੋਂ ਇਲਾਵਾ। ਤਾਂ ਉਹ ਇਹ ਮੰਗ ਕਰ ਰਿਹਾ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਸਥਿਤੀ ਹੈ ਉਸ ਦੇ ਵਿੱਚ ਜਿਹੜੀ ਭਗਵੰਤ ਮਾਨ ਸਰਕਾਰ ਹੈ ਉਹ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਉਹਨਾਂ ਵੱਲ ਧਿਆਨ ਦੇਵੇ। ਔਰ ਅਸੀਂ ਦੇਖਦੇ ਹਾਂ ਕਿ ਪਿਛਲੇ ਸਮੇਂ 'ਚ ਇਹ ਗੱਲ ਤਾਂ ਆਉਂਦੀ ਹੈ ਕਿ ਕੁਝ ਗੱਲਾਂ ਮੰਨੀਆਂ ਜਾਂਦੀਆਂ, ਬਾਕੀ ਫਿਰ ਰਹਿ ਜਾਂਦੀਆਂ, ਤੇ ਪਰ ਇਹ ਜ਼ਰੂਰ ਦੇਖਣ 'ਚ ਆ ਰਿਹਾ ਹੈ ਕਿ ਪਿਛਲੇ ਲਗਭਗ 1.5 ਸਾਲ ਤੋਂ ਲਗਾਤਾਰ ਹੀ ਕਿਸਾਨ ਜਿਹੜੇ ਹੈ ਉਹ ਕਿਸੇ ਨਾ ਕਿਸੇ ਗੱਲ ਕਰਕੇ, ਆਪਣੀਆਂ ਮੰਗਾਂ ਕਰਕੇ, ਆਪਣੀਆਂ ਲੋੜਾਂ ਕਰਕੇ ਉਹ ਸੜਕਾਂ ਤੇ ਹੀ ਹੈ, ਉਹ ਅੰਦੋਲਨ ਨਹੀਂ ਕਰ ਰਹੇ। ਅੰਦੋਲਨ ਦੇ ਵੱਖ-ਵੱਖ ਰੂਪ ਤਾਂ ਬਦਲਦੇ ਰਹੇ ਆ, ਪਰ ਇਹ ਜ਼ਰੂਰ ਹੈ ਕਿ ਉਹ ਅੰਦੋਲਨ ਅਜੇ ਤੱਕ ਰੁਕਿਆ ਨਹੀਂ ਹੈਗਾ। ਹੁਣ ਅਸੀਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਅਸੀਂ ਕੱਲ ਵੀ ਗੱਲ ਕੀਤੀ ਸੀ ਕਿ ਜਿਹੜਾ ਪੰਜਾਬ ਦੇ ਅੰਦਰ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਸੀਗਾ ਕਿ ਝੋਨਾ ਜਿਹੜਾ ਕਿਹੜੀ ਤਰੀਕ ਨੂੰ ਲਾਇਆ ਜਾਵੇ, ਉਸ ਮਾਮਲੇ ਨੂੰ ਲੈ ਕੇ ਵੀ ਜਿਹੜਾ ਕਿਸਾਨ ਜਥੇਬੰਦੀਆਂ ਦਾ ਕੱਲ ਜਿਹੜਾ ਜਦੋਂ ਮੀਟਿੰਗ ਹੋਈ ਸੀਗੀ ਜਿਹੜਾ ਪਾਵਰਕਾਮ ਦੇ CM ਜੀ ਬਲਦੇਵ ਸਿੰਘ ਸਰਾਂ ਨਾਲ, ਤਾਂ ਉਸ ਸਮੇਂ ਵੀ ਉੱਥੇ ਜਿਹੜੀ ਸਥਿਤੀ ਉਹਨਾਂ ਨੇ ਕਿਹਾ ਕਿ ਅਸੀਂ 18 ਜੂਨ ਦੀ ਬਜਾਏ ਅਸੀਂ 10 ਜੂਨ ਤੋਂ ਜਿਹੜਾ ਝੋਨਾ ਲਾਉਣਾ ਸ਼ੁਰੂ ਕਰਾਂਗੇ। ਬੇਸ਼ੱਕ ਪਾਵਰਕਾਮ ਦੇ CMD ਨੇ ਤਾਂ ਉਹਨਾਂ ਨੂੰ ਇਸ ਗੱਲ ਤੋਂ ਰੋਕਿਆ ਸੀਗਾ ਕਿ ਅਸੀਂ ਤਾਂ ਜਿਹੜੀ ਸਰਕਾਰ ਦੀ ਇਹ ਹਦਾਇਤਾਂ ਹੈਗੀਆਂ ਉਹਦੇ ਮੁਤਾਬਕ ਹੀ ਚੱਲਾਂਗੇ, ਪਰ ਉਸ ਦੇ ਬਾਵਜੂਦ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਇਹਦੇ ਲਈ ਸੰਘਰਸ਼ ਕਰਾਂਗੇ। ਪਰ ਉਸ ਮਾਮਲੇ ਦੇ ਉੱਤੇ ਵੀ ਜਿਹੜੀ ਪੰਜਾਬ ਦੀ ਸਭ ਤੋਂ ਵੱਡੀ ਕਿਸਾਨਾਂ ਦੀ ਜਥੇਬੰਦੀ ਹੈ ਭਾਰਤੀ ਕਿਸਾਨ ਯੂਨੀਅਨ ਅਗਰਾਹਾਂ, ਉਹਨਾਂ ਨੇ ਇਹਦੇ ਤੇ ਅਜੇ ਚੁੱਪ ਵੱਟੀ ਹੋਈ ਆ। ਉਹਨਾਂ ਨੇ ਇਸ ਦੇ ਬਾਰੇ ਕੋਈ ਆਪਣਾ ਪ੍ਰਤੀਕਰਮ ਨਹੀਂ ਦਿੱਤਾ ਕਿ 10 ਜੂਨ ਨੂੰ ਕਿਸਾਨ ਝੋਨਾ ਲਾਉਣ ਜਾਂ 18 ਜੂਨ ਨੂੰ ਲਾਉਣ। ਸੋ ਇਸ ਕਰਕੇ ਇੱਕ ਤਾਂ ਇਹ ਸਥਿਤੀ ਕਿਸਾਨ ਜਥੇਬੰਦੀਆਂ ਦੇ ਵਿੱਚ ਹੀ ਹੈਗੀ ਹੈ ਕਿ ਉਹਨਾਂ ਦੇ ਆਪਸੇ ਵਿੱਚ ਇਸ ਗੱਲ ਦੇ ਉੱਤੇ ਮਤਭੇਦ ਹੈਗੇ ਆ, ਜਿਹੜੀ ਚੁੱਪ ਉਹਨਾਂ ਨੇ ਧਾਰੀ ਹੋਈ ਹੈ। ਦੂਸਰੇ ਪਾਸੇ ਇਹ ਹੈ ਕਿ ਕਿਸਾਨ ਇਹ ਸਾਰੇ ਗੱਲ ਨੂੰ ਲੈ ਕੇ ਜਿਹੜਾ ਕਿਸਾਨ ਜਥੇਬੰਦੀਆਂ ਨੇ ਸੱਦਾ ਦਿੱਤਾ ਹੈ, ਬੜੀ ਦੁਵਿਧਾ ਦੇ ਵਿੱਚ ਨੇ ਕਿ ਉਹ 18 ਜੂਨ ਨੂੰ ਝੋਨਾ ਲਾਉਣ ਜਾਂ 10 ਜੂਨ ਨੂੰ ਲਾਉਣ। ਸੋ ਇਸ ਕਰਕੇ ਇਹ ਦੁਵਿਧਾ ਨੂੰ ਖਤਮ ਕਰਨ ਦੇ ਲਈ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਜ਼ਰੂਰ ਇਸ ਗੱਲ ਦਾ ਨਿਬੇੜਾ ਕਰਨਾ ਚਾਹੀਦਾ, ਤਾਂ ਜੋ ਇਹ ਜਿਹੜੀ ਕਿਸਾਨਾਂ ਦੇ ਅੰਦਰ ਦੁਵਿਧਾ ਹੈ ਉਹ ਵੀ ਖਤਮ ਹੋਵੇ ਤੇ ਕਿਸਾਨ ਜਥੇਬੰਦੀਆਂ ਵੀ ਜਿਹੜੀਆਂ ਸੰਘਰਸ਼ ਦੇ ਰਾਹ ਜਾ ਰਹੀਆਂ ਜਾਂ ਸੰਘਰਸ਼ ਇਸ ਮਾਮਲੇ ਨੂੰ ਲੈ ਕੇ ਕਰਨ ਲੱਗੀਆਂ ਹੋਈਆਂ, ਉਹਨਾਂ ਨੂੰ ਵੀ ਉਸ ਪਾਸੇ ਤੋਂ ਇਹ ਜਿਹੜਾ ਰੋਕਿਆ ਜਾ ਸਕੇ ਔਰ ਬਕਾਇਦਾ ਜਿਹੜੀ ਉਹਨਾਂ ਦੀ ਮੰਗ ਮੰਨ ਕੇ ਉਹਨਾਂ ਨੂੰ ਸੰਤੁਸ਼ਟ ਕੀਤਾ ਜਾਵੇ। ਇਸ ਦੇ ਨਾਲ ਹੀ ਜਿਹੜਾ ਬਿਜਲੀ ਸੰਕਟ ਵੀ ਉਨਾ ਹੀ ਗੰਭੀਰ ਹੈ ਕਿ ਜਿਹੜੀ ਹੁਣ ਪੰਜਾਬ ਦੀ ਅੱਜ ਦੀ ਰਿਪੋਰਟ ਆਈ ਹੈ ਕਿ ਪੰਜਾਬ 'ਚ ਸਾਰੇ ਜਿੰਨੇ ਪੰਜ ਥਰਮਲ ਜਿਹੜੇ ਹੈ ਉਹਨਾਂ ਤੋਂ 3550 ਮੈਗਾਵਾਟ ਹੀ ਬਿਜਲੀ ਪੈਦਾ ਹੋ ਰਹੀ ਹੈ। ਤੇ ਜਿਸ ਤਰ੍ਹਾਂ ਆ ਰਹੀ ਹੈ ਗੱਲ ਕਿ 8-9 ਹਜ਼ਾਰ ਮੈਗਾਵਾਟ ਦੀ ਤਾਂ ਇਸ ਵੇਲੇ, ਔਰ ਜਦੋਂ ਝੋਨਾ ਲੱਗਣਾ ਪੂਰਾ ਪੀਕ ਤੇ ਹੋਏਗਾ, ਸਿਖਰ ਤੇ ਹੋਏਗਾ, ਤਾਂ ਉਸ ਸਮੇਂ ਲਗਭਗ 15,000 ਮੈਗਾਵਾਟ ਦੀ ਲੋੜ ਜਿਹੜੀ ਹੈ ਪੰਜਾਬ ਨੂੰ ਬਿਜਲੀ ਦੀ ਪੈਗੀ। ਉਹ ਲੋੜ ਕਿੱਥੋਂ ਪੂਰੀ ਹੋਣੀ ਹੈ ਉਹ ਸਰਕਾਰ ਦੀ ਜ਼ਿੰਮੇਵਾਰੀ ਹੈ, ਪਾਵਰਕਾਮ ਦੀ। ਪਰ ਇਹ ਜ਼ਰੂਰ ਹੈ ਕਿ ਹਾਲ ਦੀ ਘੜੀ ਜਿੰਨੀ ਦੇਰ ਪ੍ਰਬੰਧ ਨਹੀਂ ਹੁੰਦੇ, ਇਹ ਸਾਰੇ ਸੰਕਟ ਜਿਹੜੇ ਆ ਉਹ ਪੰਜਾਬ ਦੇ ਇਹਦੇ ਨਾਲ ਕਈ ਵਾਰੀ ਇਹ ਵਾਪਰਦਾ ਕਿ 2-3 ਭਰਵੇਂ ਮੀਂਹ ਪੈ ਜਾਣ, ਇਹ ਮੰਗ ਜਿਹੜੀ ਬਹੁਤ ਹੇਠਾਂ ਆ ਜਾਂਦੀ ਹੈ। ਇਹਦੀ ਤਾਂ ਉਹ ਚੱਲਦੀ ਰਹਿਣੀ। ਹਾਂਜੀ, ਉਹ ਤਾਂ ਕੁਦਰਤ ਦੀ ਮਿਹਰਬਾਨੀ ਹੈ ਨਾ। ਜੇ ਕੁਦਰਤ ਮਿਹਰਬਾਨ ਹੋ ਜੇ ਤੇ ਜੇ ਕੁਦਰਤ ਕਰੋਪੀ ਕਰਦੇ, ਜਿਸ ਤਰ੍ਹਾਂ ਹੁਣ ਪਿਛਲੇ ਸਮੇਂ 'ਚ ਮੀਂਹ ਨਹੀਂ ਪਿਆ ਤੇ ਕਣਕ ਦਾ ਦਾਣਾ ਸੁੰਗੜ ਗਿਆ, ਤੇ ਹੁਣ ਜੇ ਮੀਂਹ ਪੈ ਜੇ ਤਾਂ ਹੋ ਸਕਦਾ ਹੈ ਕਿ ਉਹਦੇ ਨਾਲ ਪੰਜਾਬ ਸਰਕਾਰ ਨੂੰ ਵੀ ਰਾਹਤ ਮਿਲ ਜੇ ਤੇ ਕਿਸਾਨਾਂ ਨੂੰ ਵੀ ਰਾਹਤ ਮਿਲ ਜੇ। ਇੱਕਦਮ ਗਰਮੀ ਵੱਧ ਗਈ, ਇਸ ਕਰਕੇ ਦਾਣਾ ਸੁੰਗੜ ਗਿਆ। ਅਜੇ ਉਹਦਾ ਕੇਂਦਰ ਸਰਕਾਰ ਨੇ ਕੋਈ ਹੱਲ ਨਹੀਂ ਕੱਢਿਆ, ਇਹ ਨਹੀਂ ਦੱਸਿਆ ਵੀ ਅਸੀਂ ਕਿੰਨੀ % ਜਿਹੜੀ ਕਟੌਤੀ ਆ ਉਹ ਮੰਨਾਂਗੇ, ਕੀ ਕਰਾਂਗੇ। ਇਹ ਵੀ ਇੱਕ ਦੁਬਿਧਾ ਜਿਹੜੀ ਹੈ ਪੰਜਾਬ ਸਰਕਾਰ ਲਈ ਵੀ ਹੈ, ਕਿਸਾਨਾਂ ਲਈ ਵੀ ਹੈ ਕਿ ਉਹਨਾਂ ਨੂੰ ਕੁਝ ਮੁਆਵਜ਼ਾ ਮਿਲੇਗਾ ਜਾਂ ਨਹੀਂ ਮਿਲੇਗਾ। ਇਹ ਦੇਖਣਾ ਹੋਏਗਾ ਕਿ ਕੇਂਦਰ ਸਰਕਾਰ ਇਸ ਮੁੱਦੇ ਤੇ ਕਰ ਰਹੀ ਹੈ। ਪਰ ਜਿਵੇਂ ਕੇਂਦਰ ਤੇ ਪੰਜਾਬ ਦੇ ਸੰਬੰਧ ਆ, ਉਹਦੇ 'ਚ ਲੱਗਦਾ ਨਹੀਂ ਕੇਂਦਰ ਕੋਈ ਜਲਦੀ ਪੰਜਾਬ ਨੂੰ ਰਾਹਤ ਦਿੰਦਾ ਜਾਪਦਾ। ਇਸ ਤੋਂ ਹਾਂਜੀ, ਮੈਂ ਕਿਹਾ ਰਾਹਤ ਤਾਂ ਨਾ ਤਾਂ ਪੂਰੇ 'ਚ ਰਾਹਤ ਕੋਈ ਮਿਲਦੀ ਨਜ਼ਰ ਆ ਰਹੀ ਹੈ, ਨਾ ਇਸ ਮਾਮਲੇ 'ਚ ਤਾਂ। ਸੋ ਇਸ ਕਰਕੇ ਜ਼ਿੰਮੇਵਾਰੀ ਤਾਂ ਦੇਖੋ ਸਰਕਾਰਾਂ ਦੀ ਹੈ, ਪੰਜਾਬ ਰਾਜ ਸਰਕਾਰ ਦੀ ਹੈ, ਕੇਂਦਰ ਸਰਕਾਰ ਦੀ ਹੈ। ਮਾਮਲੇ ਤਾਂ ਇਹਨਾਂ ਹੀ ਹੱਲ ਕਰਨੇ ਆ। ਤੋ ਇਸ ਤੋਂ ਅਗਲੀ ਖਬਰ ਦਾ ਰੁਖ ਕਰਦੇ। ਅਗਲੀ ਖਬਰ ਜਿਹੜੀ ਆ ਅਹਿਮ ਇਸ ਕਰਕੇ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਉਸ ਸਮੇਂ ਇਹ ਗੱਲ ਕਹੀ ਹੈ ਕਿ ਕਾਂਗਰਸ ਦੇ ਮੁੱਖ ਮੰਤਰੀਆਂ ਨਾਲੋਂ ਜਿਹੜੇ ਮੌਜੂਦਾ ਭਗਵੰਤ ਮਾਨ ਮੁੱਖ ਮੰਤਰੀ ਨੇ ਇਹ 100 ਗੁਣਾ ਚੰਗੇ ਨੇ। ਉਸ ਸਮੇਂ ਕਹੀ ਜਦੋਂ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਜਿਹੜੀ ਆ ਉਹ ਦਿੱਲੀ ਦੇ ਵਿੱਚ ਚੱਲ ਰਹੀ ਸੀ। ਸੋ ਇਹ ਤੋਂ ਕੀ ਸਿੱਟੇ ਕੱਢੇ ਜਾਣ। ਇਸ ਦੇ ਨਾਲ ਹੀ ਇੱਕ ਹੋਰ ਖਬਰ ਜੁੜੀ ਹੈ ਕਿ ਕੱਲ ਪੰਜਾਬ ਦੇ ਮੁੱਖ ਮੰਤਰੀ ਮਾਨ ਨੇ ਜਿਹੜੇ ਆ ਸਪੈਸ਼ਲ ਜਿਹੜੀ ਟਾਸਕ ਫੋਰਸ ਹੈ STF ਉਹਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਸ਼ਿਆਂ ਦੇ ਮੁੱਦੇ ਉੱਪਰ ਬਹੁਤ ਸਖਤੀ ਕੀਤੀ ਜਾਵੇ। ਭਾਵੇਂ ਕੋਈ ਵੀ ਬੰਦਾ ਹੈ, ਭਾਵੇਂ ਕਿੱਡਾ ਵੀ ਰਾਜਸੀ ਕੱਦ ਵਾਲਾ ਹੈ,
ਜੇ ਕਿਸੇ ਦਾ ਉਹਦੇ ਨਾਲ ਸੰਬੰਧ ਜੁੜਦਾ ਉਹਨਾਂ ਨੂੰ ਬਖਸ਼ਿਆ ਨਾ ਜਾਵੇ। ਇਹ ਇੱਕ ਚੰਗਾ ਕਦਮ ਹੈ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਦੀ ਇਹ ਸਰਕਾਰ ਆਈ ਹੈ ਕਾਫੀ ਲੋਕ ਜਿਹੜੇ ਓਵਰਡੋਜ਼ ਕਰਕੇ ਮਰ ਗਏ ਤੇ ਪਿੰਡਾਂ ਦੇ ਵਿੱਚ ਸ਼ਰੇਆਮ ਨਸ਼ਾ ਵਿਕਦਾ। ਇਹਦੇ ਬਾਰੇ ਅਸੀਂ ਪਹਿਲਾਂ ਚਰਚਾ ਕਰ ਰਹੇ ਹਾਂ। ਤੇ ਸਭ ਤੋਂ ਪਹਿਲਾਂ ਜਿਹੜੀ ਗੱਲ ਹੈ ਕਿ ਇਹਨਾਂ ਦੇ ਜੋ ਨਵਜੋਤ ਸਿੰਘ ਸਿੱਧੂ ਨੇ ਕਿਹਾ, ਉਹ ਤੋਂ ਬਾਅਦ ਤੁਹਾਨੂੰ ਲੱਗਦਾ ਕਿ ਉਹਨਾਂ ਦੇ ਕਾਂਗਰਸ ਦੇ ਵਿੱਚ ਬਣੇ ਰਹਿਣ ਦਾ ਕੋਈ ਕਾਰਨ, ਕੋਈ ਸਥਿਤੀ ਹੋਏਗੀ? ਨਹੀਂ, ਲੱਗ ਨਹੀਂ ਰਿਹਾ ਕਿ ਕਾਂਗਰਸ ਪਰ ਇੱਕ ਗੱਲ ਹੋਰ ਮੈਂ ਕਹਿਣਾ ਚਾਹੁੰਦਾ, ਕੈਬਨਿਟ ਮੰਤਰੀ ਜਿਹੜੇ ਆ ਇਹ ਲਾਲਜੀਤ ਸਿੰਘ ਭੁੱਲਰ, ਉਹਨਾਂ ਕਿਹਾ ਕਿ ਦੇਖੋ ਸਾਡੀ ਮੁੱਖ ਮੰਤਰੀ ਦੀ ਕਿੱਡੀ ਦਰਿਆਦਿਲੀ ਆ, ਉਹਨੇ ਇੱਕ ਹਾਰੇ ਹੋਏ ਤੇ ਲੋਕਾਂ ਦੇ ਨਕਾਰੇ ਹੋਏ ਆਗੂ ਨੂੰ ਵੀ ਮੀਟਿੰਗ ਦਾ ਸਮਾਂ ਦਿੱਤਾ। ਜੀ, ਇਹ ਉਹਨਾਂ ਦੀ ਟਿੱਪਣੀ ਬੜੀ ਮੀਨਿੰਗਫੁਲ ਹੈਗੀ ਹੈ। ਗੱਲ ਬਿਲਕੁਲ ਉਹਨਾਂ ਨੇ ਠੀਕ ਕਹੀ ਹੈਗੀ ਹੈ ਕਿ ਜਦੋਂ ਲੋਕਾਂ ਨੇ ਚੁਣਿਆ ਨਹੀਂ ਹੈ। ਇੱਕ ਗੱਲ ਤਾਂ ਇਹ ਲੱਗ ਹੀ ਰਹੀ ਹੈ ਜੰਮੂ ਜੀ ਕਿ ਦੇਖੋ, ਨਾ ਤਾਂ ਨਵਜੋਤ ਸਿੰਘ ਸਿੱਧੂ ਕੋਲੇ ਕੋਈ ਅਹੁਦਾ ਹੈ, ਨਾ ਕੋਈ ਪਾਰਟੀ ਦਾ ਅਹੁਦਾ, ਨਾ ਲੋਕਾਂ ਵੱਲੋਂ ਚੁਣਿਆ ਗਿਆ, ਨਾ ਕੋਈ ਹੋਰ ਅਹੁਦਾ। ਇਸ ਵੇਲੇ ਇੱਕ ਸਧਾਰਨ ਕਾਂਗਰਸ ਦੇ ਮੈਂਬਰ ਨੇ ਤੇ ਜੇ ਮੁੱਖ ਮੰਤਰੀ ਉਹਨਾਂ ਨੂੰ ਟਾਈਮ ਦਿੰਦੇ ਆ ਤਾਂ ਇਹ ਆਪਣੇ ਆਪ 'ਚ ਬੜੀ ਮਹੱਤਵਪੂਰਨ ਗੱਲ ਹੋ ਨਿਬੜਦੀ ਹੈ। ਔਰ ਇਹ ਗੱਲ ਉਹਦੀ ਬਿਲਕੁਲ ਠੀਕ ਹੈਗੀ ਹੈ, ਲਾਲਜੀਤ ਸਿੰਘ ਭੁੱਲਰ ਦੀ ਵੀ। ਪਰ ਇਹਦੇ ਨਾਲ ਜੰਮੂ ਜੀ ਇੱਕ ਗੱਲ ਇਹ ਵੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਅਸਲ ਜਿਹੜੀ ਮੁਲਾਕਾਤ ਹੈ, ਇਹ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਹੋਣੀ ਪੰਜਾਬ ਦੇ ਰਾਜਪਾਲ ਨੂੰ ਮਿਲੇ ਸੀ ਤੇ ਉਹਨਾਂ ਨੇ ਇਹਨਾਂ ਗੱਲਾਂ ਦਾ ਜ਼ਿਕਰ ਉੱਥੇ ਵੀ ਕੀਤਾ ਸੀ, ਉਹਨਾਂ ਨੂੰ ਵੀ ਚਿੱਠੀ ਦਿੱਤੀ ਸੀ। ਤਾਂ ਉਹ ਕਿਹਾ ਇਹ ਜਾ ਰਿਹਾ ਵਿੱਚ ਕਿ ਉਹ ਚਿੱਠੀ ਜਿਹੜੀ ਹੈ ਮੁੱਖ ਮੰਤਰੀ ਕੋਲ ਪਹੁੰਚੀ ਤੇ ਉਸ ਤੋਂ ਬਾਅਦ ਇਹ ਜਿਹੜੀ ਮੁਲਾਕਾਤ ਵੱਲ ਦੀ ਜਿਹੜਾ ਅਮਲ ਹੈ ਉਹ ਅੱਗੇ ਵਧਿਆ ਹੈਗਾ ਕਿ ਨਵਜੋਤ ਸਿੰਘ ਸਿੱਧੂ ਹੋਣੀ ਲਗਾਤਾਰ ਉਹਨਾਂ ਤੋਂ ਟਾਈਮ ਮੰਗ ਰਹੇ ਸੀ ਤਾਂ ਉਹਨਾਂ ਨੇ ਟਾਈਮ ਦਿੱਤਾ ਹੈਗਾ। ਤਾਂ ਸੋ ਇਸ ਕਰਕੇ ਇੱਕ ਸਧਾਰਨ ਬੰਦੇ ਨੂੰ ਟਾਈਮ ਦੇਣ ਵਾਲੀ ਗੱਲ ਹੈ, ਕਿਉਂਕਿ ਜਿਹੜੀ ਉਹਨਾਂ ਕੋਲ ਅਹੁਦੇ ਸੀ ਇਸ ਵੇਲੇ ਨਾ ਤਾਂ ਕਿਸੇ ਅਹੁਦੇ ਤੇ ਹੈ। ਸਿਰਫ ਇੱਕੋ ਇੱਕ ਗੱਲ ਸੀ ਜਿਹੜੀ ਉਹ ਬਾਰ-ਬਾਰ ਜ਼ਿਕਰ ਵੀ ਕਰਦੇ ਆ ਨਵਜੋਤ ਸਿੰਘ ਸਿੱਧੂ ਹੋਣੀ ਕਿ ਉਹ ਪੰਜਾਬ ਦੇ ਭਲੇ ਲਈ, ਪੰਜਾਬ ਦੀ ਜਿਹੜੀ ਹੈ ਹਾਲਤ ਠੀਕ ਕਰਨ ਦੇ ਲਈ, ਜਿਸ ਹਾਲਤ ਨੂੰ ਪੰਜਾਬ ਪਹੁੰਚਿਆ, ਖਾਸ ਕਰਕੇ ਪੰਜਾਬ ਦੀ ਆਰਥਿਕ ਹਾਲਤ ਠੀਕ ਕਰਨ ਲਈ, ਕਿ ਉਹਨਾਂ ਦਾ ਜਿਹੜਾ ਪੰਜਾਬ ਮਾਡਲ ਹੈ ਉਹ ਜੇ ਇੰਪਲੀਮੈਂਟ ਕੀਤਾ ਜਾਵੇ ਤਾਂ ਉਹਦੇ ਨਾਲ ਪੰਜਾਬ ਦੀ ਸਥਿਤੀ ਜਿਹੜੀ ਹੈ ਸੁਧਰ ਸਕਦੀ ਹੈਗੀ ਹੈ। ਕਿਸਾਨੀ ਦੀ ਸਥਿਤੀ ਵੀ ਸੁਧਰ ਸਕਦੀ ਹੈ, ਆਮ ਲੋਕਾਂ ਦੀ ਸਥਿਤੀ ਵੀ ਸੁਧਰ ਸਕਦੀ ਹੈ ਔਰ ਸੂਬੇ ਦੀ ਸਥਿਤੀ ਵੀ ਜਿਹੜੀ ਹੈ ਉਹ ਸੁਧਰ ਸਕਦੀ ਹੈਗੀ ਹੈ। ਉਹ ਤਾਂ ਹੁਣ ਪਤਾ ਲੱਗੇਗਾ ਜਦੋਂ ਬਜਟ ਆਏਗਾ ਕਿ ਸਰਕਾਰ ਕੀ ਨੀਤੀਆਂ ਲੈ ਕੇ ਉਹਦੇ ਵਿੱਚ ਆਉਂਦੀ ਹੈ। ਜਿਹੜੇ ਨਵਜੋਤ ਸਿੰਘ ਸਿੱਧੂ ਹੋਣਾ ਤੇ ਭਗਵੰਤ ਮਾਨ ਦੇ ਵਿਚਾਲੇ ਗੱਲ ਹੋਈ ਹੈ, ਜਾਂ ਜਿਹੜਾ ਦਾਵਾ ਆਣ ਕੇ ਆਪਣੇ ਨਵਜੋਤ ਸਿੰਘ ਸਿੱਧੂ ਹੋਣਾ ਨੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਕਿ ਉਹਦੇ ਵਿੱਚੋਂ ਕਿੰਨਾ ਕੁਝ ਜਿਹੜਾ ਹੈਗਾ ਅਪਣਾਇਆ ਜਾਂਦਾ ਜਾਂ ਉਹਦੀ ਕੋਈ ਝਲਕ ਸਾਨੂੰ ਬਜਟ ਵੀ ਦੇਖਣ ਨੂੰ ਮਿਲੇਗੀ। ਪਰ ਇਹ ਜ਼ਰੂਰ ਹੈ ਕਿ ਇਹ ਸਾਰੀ ਮੀਟਿੰਗ ਦੇ ਬਾਰੇ ਜੰਮੂ ਜੀ ਕਿ ਸਰਕਾਰੀ ਤੌਰ ਤੇ ਕੋਈ ਗੱਲ ਅਜੇ ਸਾਹਮਣੇ ਨਹੀਂ ਆਈ। ਅਜੇ ਤਾਂ ਸਿਰਫ ਇਹ ਗੱਲ ਸਾਹਮਣੇ ਆਈ ਹੈ ਜੋ ਕੋਈ ਨਵਜੋਤ ਸਿੰਘ ਸਿੱਧੂ ਹੋਣਾ ਨੇ ਬਾਹਰ ਆਣ ਕੇ ਕਿਹਾ ਹੈਗਾ। ਪਰ ਇਹ ਜ਼ਰੂਰ ਹੈ ਕਿ ਜਿਸ ਤਰ੍ਹਾਂ ਦੀਆਂ ਉਹ ਸਰਗਰਮੀਆਂ ਕਰ ਰਹੇ ਹੈ ਉਹਦੇ ਨਾਲ ਉਹਨਾਂ ਦਾ ਕਾਂਗਰਸ ਰਹਿਣਾ ਬੜਾ ਮੁਸ਼ਕਲ ਹੋ ਜਾਏਗਾ। ਔਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਵੀ ਕੀਤਾ ਹੈ ਕਿ ਕੱਲ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਸੀ ਔਰ ਉਸ ਦੇ ਵਿੱਚ ਬਕਾਇਦਾ ਜਿਹੜੀ ਕਾਰਜਕਾਰੀ ਪ੍ਰਧਾਨ ਹੈ ਸੋਨੀਆ ਗਾਂਧੀ, ਉਹਨੇ ਸਾਰੇ ਪਾਰਟੀ ਦੇ ਜਿਹੜੇ ਆਗੂ ਹੈਗੇ ਆ ਉਹਨਾਂ ਨੂੰ ਸੱਦਾ ਵੀ ਦਿੱਤਾ ਹੈ। ਔਰ ਇਹ ਗੱਲ ਕਹੀ ਵੀ ਹੈਗੀ ਹੈ ਕਿ ਜਿਹੜਾ ਚਿੰਤਨ ਸ਼ਿਵਰ ਹੋ ਰਿਹਾ ਉਦੈਪੁਰ ਦੇ ਵਿੱਚ 13 ਤੋਂ ਲੈ ਕੇ 15 ਤੱਕ, ਉਹ ਜਿਹੜਾ ਸਿਰਫ ਉਹਨੂੰ ਇੱਕ ਰਸਮੀ ਕਾਰਵਾਈ ਨਾ ਸਮਝਿਆ ਜਾਵੇ ਤੇ ਪਾਰਟੀ ਦੇ ਵਿੱਚ ਏਕਤਾ, ਤਾਲਮੇਲ ਅਤੇ ਵਚਨਬੱਧਤਾ ਜਿਹੜੀ ਹੈ ਉਸ ਦੇ ਨਾਲ ਸਾਰੇ ਆਗੂ ਤੇ ਵਰਕਰ ਜਿਹੜੇ ਆ ਕੰਮ ਕਰਨ ਤਾਂ ਜੋ ਕਾਂਗਰਸ ਦੀ ਜਿਹੜੀ ਸਥਿਤੀ ਹੈ ਉਸ ਦੇ ਵਿੱਚੋਂ ਕਾਂਗਰਸ ਨੂੰ ਉਭਾਰਿਆ ਜਾ ਸਕੇ, ਕਾਂਗਰਸ ਉੱਭਰ ਕੇ ਨਵੀਂ ਕਾਂਗਰਸ ਦੇ ਰੂਪ 'ਚ ਸਾਹਮਣੇ ਆਵੇ। ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ, ਨਾਲ ਹੀ ਉਹਨਾਂ ਅਨੁਸ਼ਾਸਨ ਜਿਹੜਾ ਬਣਾਈ ਰੱਖਣ ਦੀ ਗੱਲ ਵੀ ਕੀਤੀ ਹੈ, ਜਿਹਦੇ ਤੋਂ ਲੱਗਦਾ ਹੈ ਕਿ ਕਿਤੇ ਨਾ ਕਿਤੇ ਜੋ ਕੁਛ ਨਵਜੋਤ ਸਿੰਘ ਸਿੱਧੂ ਹੋਣੀ ਕਰ ਰਹੇ ਹੈਗੇ ਆ ਉਹ, ਜਿਸ ਤਰ੍ਹਾਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਔਰ ਨਾਲ ਦੀ ਨਾਲ ਜਿਹੜੇ ਪੰਜਾਬ ਦੇ ਇੰਚਾਰਜ ਹੈਗੇ ਆ ਹਾਈ ਕਮਾਂਡ ਵੱਲੋਂ, ਕੇਂਦਰ ਵੱਲੋਂ, ਇਹ ਹਰੀਸ਼ ਚੌਧਰੀ, ਉਹਨਾਂ ਨੇ ਉਹਨਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਦਾ ਜਿਹੜਾ ਬਕਾਇਦਾ ਸਿਫਾਰਿਸ਼ ਕੀਤੀ ਹੋਈ ਹੈ। ਪਰ ਕੱਲ ਜਿਸ ਤਰ੍ਹਾਂ ਬਹੁਤ ਚਰਚਾ ਸੀਗੀ ਇਸ ਗੱਲ ਦੀ ਕਿ ਇੱਕ ਪਾਸੇ ਤਾਂ ਨਵਜੋਤ ਸਿੰਘ ਸਿੱਧੂ ਹੋਣੀ ਭਗਵੰਤ ਮਾਨ ਨੂੰ ਮਿਲ ਰਿਹਾ ਹੈ ਔਰ ਦੂਸਰੇ ਪਾਸੇ ਦਿੱਲੀ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਹੋ ਰਹੀ ਹੈ ਤੇ ਰਾਜਾ ਵੜਿੰਗ ਹੋਣੀ ਉੱਥੇ ਬੈਠੇ ਆ ਤੇ ਇਸ ਤਰ੍ਹਾਂ ਦੀ ਚਰਚਾ ਵੀ ਬਹੁਤ ਰਹੀ ਕੱਲ ਸ਼ਾਮ ਤੱਕ ਕਿ ਹੋ ਸਕਦਾ ਹੈ ਕਿ ਕਾਂਗਰਸ ਵਰਕਿੰਗ ਕਮੇਟੀ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਦੇ ਉੱਤੇ ਕੋਈ ਫੈਸਲਾ ਕਰੇ। ਪਰ ਇਹ ਜਿਹੜੀਆਂ ਰਿਪੋਰਟਾਂ ਹੁਣ ਇਸ ਵੇਲੇ ਅਖਬਾਰਾਂ 'ਚ ਆਈਆਂ ਉਹਨਾਂ ਤੋਂ ਇਹ ਗੱਲ ਸਪਸ਼ਟ ਹੋ ਰਹੀ ਹੈ ਕਿ ਉੱਥੇ ਇਸ ਮਾਮਲੇ ਨੂੰ ਬਿਲਕੁਲ ਵਿਚਾਰਿਆ ਨਹੀਂ ਗਿਆ। ਹੁਣ ਅਨੁਸ਼ਾਸਨੀ ਕਮੇਟੀ ਇਹਦੇ ਤੇ ਕੀ ਫੈਸਲਾ ਲੈਂਦੀ ਹੈ ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਗੱਲ ਜਿਹੜੀ ਸਾਹਮਣੇ ਆਏਗੀ। ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਭਗਵੰਤ ਮਾਨ ਉਹਨਾਂ ਨੇ ਬਕਾਇਦਾ ਜਿਹੜਾ STF ਦੀ ਮੀਟਿੰਗ ਕਰਕੇ ਜਿਸ ਤਰ੍ਹਾਂ ਪੰਜਾਬ ਦੇ ਅੰਦਰ
ਵੱਖ-ਵੱਖ ਥਾਵਾਂ ਤੇ ਨਸ਼ੇ ਜਿਹੜੇ ਕਿਸ ਤਰ੍ਹਾਂ ਖੁੱਲ੍ਹੇਆਮ ਵਿਕ ਰਹੇ ਹੈਗੇ ਆ, ਔਰ ਪੁਲਿਸ ਥਾਣਿਆਂ ਦੇ ਨੇੜੇ, SSP ਦਫ਼ਤਰਾਂ ਦੇ ਲਾਗੇ ਬਹੁਤ ਦੇ ਨੇੜੇ ਹੀ ਇਹ ਸਾਰੇ ਕੰਮ ਹੋ ਰਹੇ ਆ, ਤਾਂ ਉਸ ਦਾ ਜਿਸ ਤਰ੍ਹਾਂ ਦੀ ਸਰਕਾਰ ਦੀ ਬਦਨਾਮੀ ਹੋ ਰਹੀ ਹੈ ਉਸ ਨੂੰ ਸਾਹਮਣੇ ਰੱਖ ਕੇ ਜਿਸ ਤਰ੍ਹਾਂ ਭਗਵੰਤ ਮਾਨ ਉਹਨਾਂ ਨੇ STF ਦੀ ਮੀਟਿੰਗ ਸੱਦੀ ਹੈ, ਔਰ ਉਹਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਹੈ, ਇਹ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਇਸ ਮੀਟਿੰਗ ਜਿਹੜੀ ਹੋਈ ਹੈ ਤੇ ਹਦਾਇਤਾਂ ਦਿੱਤੀਆਂ ਗਈਆਂ ਮੁੱਖ ਮੰਤਰੀ ਵੱਲੋਂ, ਉਸ ਦਾ ਕੀ ਅਸਰ ਪੈਂਦਾ ਤੇ ਕਿੰਨੀ ਕੁ ਇਹ ਨਸ਼ੇ ਰੋਕਣ 'ਚ ਮਦਦ ਮਿਲਦੀ ਹੈ। ਪਰ ਇੱਕ ਗੱਲ ਜ਼ਰੂਰ ਹੈਗੀ ਹੈ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕਨਵੀਨਰ ਹੈਗੇ ਹੈ ਅਰਵਿੰਦ ਕੇਜਰੀਵਾਲ, ਉਹਨਾਂ ਨੇ ਭਗਵੰਤ ਮਾਨ ਦੇ ਇਸ ਕਦਮ ਦੀ ਬੜੇ ਪੁਰਜੋਰ ਢੰਗ ਨਾਲ ਜਿਹੜੀ ਹੈ ਸ਼ਲਾਘਾ ਵੀ ਕੀਤੀ ਹੈ, ਇਸ ਨੂੰ ਚੰਗਾ ਵੀ ਕਿਹਾ ਤੇ ਸਵਾਗਤ ਵੀ ਕੀਤਾ ਇਸ ਗੱਲ ਦਾ ਕਿ ਇਹ ਕੰਮ ਕਰਕੇ ਪੰਜਾਬ ਸਰਕਾਰ ਨੇ ਬਹੁਤ ਚੰਗੀ ਦਿਸ਼ਾ ਪਾਸੇ ਵੱਲ ਕਦਮ ਜਿਹੜਾ ਚੁੱਕਿਆ ਹੈਗਾ। ਪਰ ਇਹ ਜ਼ਰੂਰ ਹੈ ਕਿ ਹੋਰ ਵੀ ਉੱਚ ਅਧਿਕਾਰੀਆਂ ਨਾਲ ਜਦੋਂ ਮੀਟਿੰਗ ਹੋ ਕੇ ਹਟੀ ਹੈ ਤੇ ਉਸ ਤੋਂ ਬਾਅਦ ਸ਼ਾਮ ਨੂੰ ਜੋ ਕੁਝ ਮੋਹਾਲੀ 'ਚ ਵਾਪਰਿਆ, ਇਹ ਵੀ ਕਈ ਤਰ੍ਹਾਂ ਦੇ ਜਿਹੜੇ ਸਵਾਲ ਹੈ, ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਹੈ, ਉਹ ਖੜੇ ਕਰਦਾ ਸਾਰੀ ਸਥਿਤੀ ਦੇ ਉੱਪਰ। ਸੋ ਇਹ ਹੁਣ ਆਉਣ ਵਾਲੇ ਸਮੇਂ 'ਚ ਹੀ ਪਤਾ ਲੱਗੇਗਾ ਕਿ ਇਹ ਜਿਹੜੀ ਮੀਟਿੰਗ ਕੱਲ ਹੋਈ ਹੈ ਉਸ ਦੇ ਕੀ ਨਤੀਜੇ ਸਾਹਮਣੇ ਆਉਂਦੇ ਆ ਤੇ ਨਵਜੋਤ ਸਿੰਘ ਸਿੱਧੂ ਬਾਰੇ ਅਨੁਸ਼ਾਸਨੀ ਕਮੇਟੀ ਕੀ ਫੈਸਲਾ ਲੈਂਦੀ ਹੈ। ਪਰ ਜੋ ਸਥਿਤੀ ਨਜ਼ਰ ਆ ਰਹੀ ਹੈ ਉਹਦੇ 'ਚ ਲੱਗਦਾ ਨਹੀਂ ਕਿ ਨਵਜੋਤ ਸਿੰਘ ਸਿੱਧੂ ਨੂੰ ਜ਼ਿਆਦਾ ਲੰਮਾ ਸਮਾਂ ਕਾਂਗਰਸ ਵਿੱਚ ਰਹਿ ਸਕਣ। ਤਾਂ ਹੁਣ ਜੇ ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਕਾਂਗਰਸ ਦੀ ਕਿ ਨਵਜੋਤ ਸਿੰਘ ਸਿੱਧੂ ਹੋਣਾ ਨੇ ਕਾਂਗਰਸ ਦੇ ਉੱਤੇ ਇੱਕ ਆਪਣਾ ਦਬਾਅ ਪਾਉਣ ਦੇ ਲਈ ਇਸ ਤਰ੍ਹਾਂ ਦੀ ਮੀਟਿੰਗ ਕੀਤੀ ਹੈ, ਔਰ ਦੂਸਰੇ ਪਾਸੇ ਇਸ ਗੱਲ ਦੀ ਵੀ ਬੜੀ ਚਰਚਾ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਵੀ ਇੱਕ ਬਹੁਤ ਚੰਗਾ ਨਹੀਂ ਲੱਗਿਆ ਕਿ ਨਵਜੋਤ ਸਿੱਧੂ ਤੇ ਜਿਹੜੀ ਭਗਵੰਤ ਮਾਨ ਦੀ ਮੀਟਿੰਗ ਹੋਈ ਹੈ ਉਸ ਦੇ ਬਾਰੇ ਕਿ ਪਾਰਟੀ ਦੇ ਅੰਦਰ ਕਿਸ ਤਰ੍ਹਾਂ ਦੀ ਸਥਿਤੀ ਹੈ, ਉਹ ਵੀ ਆਉਣ ਵਾਲੇ ਦਿਨਾਂ 'ਚ ਹੌਲੀ ਹੌਲੀ ਸਾਹਮਣੇ ਆਏਗੀ, ਫਿਰ ਪਤਾ ਲੱਗੇਗਾ। ਪਰ ਦੋਨਾਂ ਪਾਰਟੀਆਂ ਦੇ ਉੱਤੇ ਇਸ ਗੱਲ ਦਾ ਦਬਾਅ ਜ਼ਰੂਰ ਹੈ ਕਿ ਦੋਨਾਂ ਲੀਡਰਾਂ ਦੇ ਮਿਲਣ ਦੇ ਨਾਲ ਜਿਹੜੀ ਇੱਕ ਨਵੀਂ ਸਥਿਤੀ ਜਿਹੜੀ ਹੈ ਪੈਦਾ ਹੋਈ ਹੈ, ਔਰ ਉਹ ਦੋਵੇਂ ਜੇ ਮਿਲ ਕੇ ਚੱਲਦੇ ਆ ਜਾਂ ਨਵਜੋਤ ਸਿੰਘ ਸਿੱਧੂ ਵੱਲੋਂ ਜਿਹੜੇ ਸੁਝਾਅ ਦਿੱਤੇ ਗਏ ਉਹਨਾਂ 'ਚੋਂ ਕੁਝ ਨੂੰ ਬਜਟ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਜਾਂ ਨੀਤੀ ਦੇ ਤੌਰ ਤੇ ਅਪਣਾਇਆ ਜਾਂਦਾ, ਤਾਂ ਇਹ ਗੱਲ ਜ਼ਰੂਰ ਹੈ ਕਿ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਭਗਵੰਤ ਮਾਨ ਔਰ ਨਵਜੋਤ ਸਿੱਧੂ ਦੀ ਨੇੜਤਾ ਵੀ ਵਧੇਗੀ। ਔਰ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈਗਾ ਕਿ ਨਵਜੋਤ ਸਿੰਘ ਸਿੱਧੂ ਹੋਣੀ ਇਹ ਕਹਿੰਦੇ ਆ ਕਿ 100 ਗੁਣਾ ਚੰਗੇ ਆ, ਤਾਂ ਕੱਲ ਉਹਨਾਂ ਨੇ ਪਹਿਲਾਂ ਤਾਂ ਬੇਸ਼ੱਕ ਉਹ ਵੀ ਭਗਵੰਤ ਮਾਨ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਸੀ, ਪਰ ਹੁਣ ਜਦੋਂ ਕੱਲ ਉਹਨਾਂ ਨੂੰ ਮੁਲਾਕਾਤ ਤੋਂ ਬਾਅਦ ਉਹ ਲਗਾਤਾਰ ਉਹਨਾਂ ਦੀ ਤਾਰੀਫ ਹੀ ਕਰੀ ਜਾ ਰਿਹਾ ਕਿ ਉਹ ਬਹੁਤ ਹੀ ਵਧੀਆ ਬੰਦੇ ਆ, 15 ਸਾਲ ਪਹਿਲਾਂ ਵੀ ਇਦਾਂ ਦੇ ਸੀ, ਅੱਜ ਵੀ ਇਸ ਤਰ੍ਹਾਂ ਦੇ ਆ। ਸੋ ਇਹਦੇ ਤੋਂ ਲੱਗਦਾ ਹੈ ਕਿ ਇਹਨੀ ਜਿਹੜੀ ਤਾਰੀਫ ਹੋ ਰਹੀ ਹੈ ਤੇ ਜਿਸ ਤਰ੍ਹਾਂ ਮੁਲਾਕਾਤ ਹੋਈ ਹੈ, ਇਹਦੇ ਆਉਣ ਵਾਲੇ ਦਿਨਾਂ 'ਚ ਕੀ ਨਤੀਜੇ ਸਾਹਮਣੇ ਆਉਂਦੇ ਆ, ਇਹਦੇ ਵਿੱਚੋਂ ਕੀ ਨਿਕਲ ਕੇ ਬਾਹਰ ਆਉਂਦਾ, ਉਹ ਤਾਂ ਪਤਾ ਲੱਗੇਗਾ ਆਉਣ ਵਾਲੇ ਦਿਨਾਂ 'ਚ। ਇਸ ਤੋਂ ਅੱਗੇ ਸਾਹਿਬ ਬੜਾ ਹੀ ਅਹਿਮ ਮਸਲਾ ਹੈਗਾ, ਹਰਿਆਣਾ ਸਰਕਾਰ ਨੇ ਜਿਹੜਾ ਸਕੂਲਾਂ ਦਾ ਜਿਹੜਾ ਹਿਸਟਰੀ ਦਾ ਇਤਿਹਾਸ ਦਾ ਸਿਲੇਬਸ ਉਹ ਬਦਲ ਦਿੱਤਾ ਹੈ। ਸਿਲੇਬਸ ਦੇ ਵਿੱਚ 9ਵੀਂ ਕਲਾਸ ਨੂੰ ਇਤਿਹਾਸ ਦਾ ਸਿਲੇਬਸ ਲਾਇਆ, ਜਿਹਦੇ ਵਿੱਚ ਇਹ ਕਿਹਾ ਗਿਆ ਕਿ ਕਾਂਗਰਸ ਦੀ ਜਿਹੜੀ ਅਪੀਜ਼ਮੈਂਟ ਦੀ ਨੀਤੀ ਹੈ ਇਹਦੇ ਕਰਕੇ ਦੇਸ਼ ਦੀ ਵੰਡ ਹੋਈ। ਤੇ ਇਸ ਤੋਂ ਇਲਾਵਾ ਜਿਹੜਾ ਉਹ ਸਿਲੇਬਸ ਦੇ ਵਿੱਚ ਖਾਸ ਤੌਰ ਤੇ ਇਹ ਗੱਲ ਨੂੰ ਆਧਾਰ ਬਣਾਇਆ ਗਿਆ, ਜ਼ਿਕਰ ਕੀਤਾ ਗਿਆ ਕਿ ਦੇਸ਼ ਦੀ ਆਜ਼ਾਦੀ ਦੇ ਵਿੱਚ ਜਿਹੜਾ ਉਹ ਸਾਵਰਕਰ ਦਾ ਜਿਹੜਾ ਯੋਗਦਾਨ ਉਹਨੂੰ ਵੀ ਉਭਾਰਿਆ ਗਿਆ। ਇਸ ਦੇ ਨਾਲ RSS ਦੇ ਜਿਹੜੇ ਮੁਖੀ ਸੀਗੇ ਨਾ, ਜਿਨ੍ਹਾਂ ਨੇ ਬਾਨੀ ਸੀਗੇ ਹੈਡ ਗਵਾਰਕਰ, ਉਹਨਾਂ ਦਾ ਵੀ ਜ਼ਿਕਰ ਕੀਤਾ, ਇਸ ਤਰੀਕੇ ਦਾ ਮੈਂਸ਼ਨ ਕੀਤਾ। ਭਾਵੇਂ ਕਿ ਹਰਿਆਣਾ ਕਾਂਗਰਸ ਦੇ ਜਿਹੜੇ ਸੀਨੀਅਰ ਆਗੂ ਨੇ, ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਨੇ, ਭੁਪਿੰਦਰ ਸਿੰਘ ਹੁੱਡਾ ਨੇ ਇਹਦੇ ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਉਹਨਾਂ ਨੂੰ ਚਾਹੀਦਾ ਸੀਗਾ ਕਿ ਕਾਂਗਰਸ ਨੇ ਜਿਹੜਾ ਅੰਦੋਲਨ ਚਲਾਇਆ ਉਹਦੇ ਕਰਕੇ ਦੇਸ਼ ਨੂੰ ਆਜ਼ਾਦੀ ਮਿਲੀ, ਇਹ ਪੜ੍ਹਾਇਆ ਜਾਣਾ ਚਾਹੀਦਾ। ਇੱਕ ਨਵਾਂ ਵਾਦ ਵਿਵਾਦ ਜਿਹੜੀ BJP ਆਪਣੇ ਤੌਰ ਤੇ ਗੱਲਾਂ ਪ੍ਰਚਾਰਦੀ ਸੀ, ਹੁਣ ਉਹ ਜਿਹੜਾ ਸਿਲੇਬਸ ਦਾ ਹਿੱਸਾ ਬਣ ਗਈਆਂ ਨੇ। ਇਹਦੇ ਉੱਪਰ ਕੀ ਤੁਸੀਂ ਕਹਿਣਾ ਚਾਹੁੰਦੇ, ਇਹ ਕਿੱਧਰ ਨੂੰ ਜਾਏਗੀ? ਕਿਉਂਕਿ ਹੁਣ RSS ਤੇ ਜਿਹੜੀ RSS ਦੀ ਨੀਤੀ ਹੈ ਉਹਨੂੰ ਸਿਲੇਬਸ ਦਾ ਹਿੱਸਾ ਬਣਾ ਦਿੱਤਾ ਗਿਆ। ਦੇਖੋ, ਜਮੀ ਗੱਲ ਇਹ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਹੀ ਇਹ ਗੱਲ ਕੋਈ ਹੋਣ ਨਹੀਂ ਸ਼ੁਰੂ ਹੋਈ, ਚੱਲ ਤਾਂ ਕਾਫੀ ਲੰਮੇ ਸਮੇਂ ਤੋਂ ਰਹੀ ਹੈ। ਜਿਸ ਤਰ੍ਹਾਂ ਸਾਰੇ ਸਮੁੱਚੇ ਐਜੂਕੇਸ਼ਨ ਸਿਸਟਮ ਨੂੰ ਬਦਲਿਆ ਜਾ ਰਿਹਾ, ਉਹਨਾਂ ਦੇ ਸਿਲੇਬਸ ਬਦਲੇ ਜਾ ਰਹੇ ਆ ਵੱਖ-ਵੱਖ ਥਾਵਾਂ ਤੇ, ਔਰ ਵੱਖ-ਵੱਖ ਜਿਹੜੀਆਂ ਨਵੀਆਂ ਉਹਦੇ ਵਿੱਚ ਹਿਸਟਰੀ ਜਿਹੜੀ ਪਹਿਲੀ ਲਿਖੀ ਆ ਉਹਨੂੰ ਤੋੜ ਮਰੋੜ ਕੇ, ਤੇ ਜਿਹੜੇ ਖਾਸ ਕਰਕੇ RSS ਨਾਲ ਸੰਬੰਧਿਤ ਆਗੂ ਸੀਗੇ ਜਾਂ ਹਿੰਦੂ ਵਿਚਾਰਧਾਰਾ ਵਾਲੇ ਆਗੂ ਸੀਗੇ ਜਾਂ ਜਿਹੜੇ RSS ਦੇ ਮੁਖੀ ਜਾਂ ਸਵਰਕਰ ਜਿਨ੍ਹਾਂ ਦੀ ਤੁਸੀਂ ਗੱਲ ਕੀਤੀ ਹੈ, ਜਿਨ੍ਹਾਂ ਦਾ ਇਹ ਸਾਰਾ ਸਿਧਾਂਤ ਹੈਗਾ, ਉਹ ਸਾਰਿਆਂ ਨੂੰ ਹੀ ਸਿਲੇਬਸ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਉਹ ਸਾਰੇ ਪਾਸੇ ਰੱਖੇ ਗਏ ਸੀ, ਉਹਨਾਂ ਨੂੰ ਸਿਲੇਬਸ ਦਾ ਹਿੱਸਾ ਬਣਾ ਕੇ ਜਿਹੜੇ ਹੈ ਨਵੀਂ ਮਾਨਸਿਕਤਾ ਜਿਹੜੀ ਹੈ ਉਹ ਹਿੰਦੁਸਤਾਨ ਦੇ ਅੰਦਰ ਆਪਣੇ ਢੰਗ ਦੀ ਜਿਹੜੀ ਹਿੰਦੂਤਵਾ ਨੂੰ ਜਿਹੜੀ ਹੈ ਉਹਦੀ ਸੇਵਾ ਕਰਦੀ ਹੋਵੇ, ਉਸ ਢੰਗ ਨਾਲ ਉਹਨੂੰ ਤਿਆਰ ਕੀਤਾ ਜਾ ਰਿਹਾ। ਕਿਉਂਕਿ ਬੱਚਿਆਂ ਦੇ ਮਨਾਂ 'ਚ ਬੱਚੇ ਨੂੰ ਤਾਂ ਜੋ ਤੁਸੀਂ ਪੜ੍ਹਾਓਗੇ ਉਹਨੇ ਉਹੀ ਪੜ੍ਹਨਾ ਤੇ ਉਹੀ ਬੋਲਣਾ।
ਸੋ ਇਸ ਕਰਕੇ ਜਿਹੜੇ ਪਹਿਲੇ ਸਿਲੇਬਸ ਹੈਗੇ ਸੀਗੇ ਉਹ ਸਾਰਿਆਂ ਨੂੰ, ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਪਹਿਲਾਂ ਇਸ ਗੱਲ ਨੂੰ ਲੈ ਕੇ ਰੌਲਾ ਪੈਂਦਾ ਰਿਹਾ ਕਿ ਕਿਸ ਤਰ੍ਹਾਂ ਇੱਥੇ ਸਿਲੇਬਸ, ਉਹ ਇੱਕ ਵੱਖਰਾ ਮਾਮਲਾ ਸੀ। ਪਰ ਗੱਲ ਇਹ ਜ਼ਰੂਰ ਹੈ ਕਿ ਸਿਲੇਬਸ ਦੇ ਵਿੱਚ ਜਿਹੜੀ ਠੀਕ ਬੱਚਿਆਂ ਤੱਕ ਜਿਹੜੀ ਹੈ ਜਾਣਕਾਰੀ ਜਾਣੀ ਚਾਹੀਦੀ ਹੈ। ਹੁਣ ਅਸੀਂ ਦੇਖਦੇ ਹਾਂ ਕਿ ਗੱਲ ਜਿਸ ਤਰ੍ਹਾਂ ਉਹਨਾਂ ਨੇ ਉਹਦੇ ਵਿੱਚ ਕਹੀ ਹੈਗੀ ਹੈ, ਕਾਂਗਰਸ ਵੱਲੋਂ ਅਪੀਜ਼ਮੈਂਟ ਕੀਤੀ ਗਈ ਹੈ, ਤਾਂ ਉਹ ਅਪੀਜ਼ਮੈਂਟ ਦੀ ਗੱਲ ਤਾਂ ਬਹੁਤ ਵਾਰ ਹੋ ਰਹੀ ਹੈ। ਲਗਭਗ 70-72 ਸਾਲ ਹੋ ਗਏ ਇਹਨਾਂ ਗੱਲਾਂ ਨੂੰ ਹੁੰਦਿਆਂ ਕਿ ਨਹਿਰੂ ਦੇ ਜਾਂ ਬਕਾਇਦਾ ਮਹਾਤਮਾ ਗਾਂਧੀ ਦੇ ਜਿਨ੍ਹਾਂ ਦੀਆਂ ਗੱਲਾਂ ਦੇ ਬਾਰੇ, ਔਰ ਉਧਰੋਂ ਵੀ ਜਿਹੜੀਆਂ ਪਾਕਿਸਤਾਨ ਵੱਲੋਂ ਵੀ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਇਤਿਹਾਸ ਦੀਆਂ ਕਿਤਾਬਾਂ ਆ ਰਹੀਆਂ, ਜਿਹਦੇ ਵਿੱਚ ਉਹ ਵੀ ਇਤਿਹਾਸਕਾਰ ਜਿਹੜੇ ਪਾਕਿਸਤਾਨ ਦੇ, ਉਹ ਵੀ ਕਹਿ ਰਹੇ ਕਿ ਉੱਥੇ ਜਿਹੜੀਆਂ ਇਤਿਹਾਸ ਦੀਆਂ ਕਿਤਾਬਾਂ ਹੈਗੀਆਂ, ਪੁਸਤਕਾਂ ਹੈਗੀਆਂ, ਉਹਨਾਂ ਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਗਈ ਆ ਉਹ ਠੀਕ ਨਹੀਂ ਆ। ਉਹ ਉਹਨਾਂ ਨੂੰ ਦਰੁਸਤ ਕਰਨ ਦੇ ਲਈ ਉਹ ਵੀ ਆਪਣੀ ਵਾਹ ਲਾ ਰਹੇ ਹੈਗੇ ਆ। ਜਿਵੇਂ ਕਿ ਪਿਛਲੇ ਦਿਨਾਂ 'ਚ ਇਸ ਦੇ ਉੱਤੇ ਬੜੀ ਚਰਚਾ ਵੀ ਹੁੰਦੀ ਰਹੀ ਹੈ, ਕਈ ਕਿਤਾਬਾਂ ਵੀ ਆਈਆਂ, ਤਾਂ ਉਹਦੇ ਵਿੱਚ ਹਿਸਟਰੀ ਦੀਆਂ, ਉਹਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਆਉਂਦਾ ਰਿਹਾ ਕਿ ਮੁਹੰਮਦ ਅਲੀ ਜਿਨ੍ਹਾਂ ਦਾ ਕੀ ਰੋਲ ਸੀ, ਮਹਾਤਮਾ ਗਾਂਧੀ ਦਾ ਕੀ ਰੋਲ ਸੀ। ਜਿਵੇਂ ਤੁਸੀਂ ਗੱਲ 1916 ਐਕਟ ਦੀ ਕੀਤੀ ਆ, 1919 ਦੀ ਕੀਤੀ ਆ, ਜਿਹੜੀਆਂ ਉਦਾਹਰਨਾਂ ਉਹਦੇ ਵਿੱਚ ਪੇਸ਼ ਕੀਤੀਆਂ ਗਈਆਂ ਜਾਂ ਉਸ ਸਿਲੇਬਸ ਦਾ ਹਿੱਸਾ ਬਣਾਈਆਂ ਗਈਆਂ, ਉਹਦੇ ਨਾਲ ਇਹ ਜ਼ਰੂਰ ਹੈ ਕਿ ਜਿਹੜਾ ਭਾਰਤ ਦੇ ਅੰਦਰ ਇੱਕ ਮਾਹੌਲ ਜਿਹੜਾ ਸਿਰਜਿਆ ਜਾ ਰਿਹਾ, ਜਿਹੜਾ ਬਰਤਾਂਤ ਸਿਰਜਿਆ ਜਾ ਰਿਹਾ, ਉਸ ਬਰਤਾਂਤ ਨੂੰ ਜਿਹੜੇ ਬੱਚਿਆਂ ਦੀ ਮਾਨਸਿਕਤਾ ਤੱਕ ਕਿਸ ਤਰ੍ਹਾਂ ਲੈ ਕੇ ਜਾਣਾ, ਉਹ ਜਿਹੜਾ ਰਾਹ ਚੁਣਿਆ ਜਾ ਰਿਹਾ। ਔਰ ਖਾਸ ਕਰਕੇ ਜਦੋਂ ਉੱਥੇ ਵੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹਰਿਆਣਾ ਵਿੱਚ ਵੀ ਚੋਣਾਂ ਹੋਣੀਆਂ, ਉਹ ਸਾਰੀਆਂ ਗੱਲਾਂ ਨੂੰ ਲੈ ਕੇ ਜਿਹੜਾ ਉਸ ਢੰਗ ਨਾਲ ਉੱਥੇ ਤਬਦੀਲੀਆਂ ਕੀਤੀਆਂ ਜਾ ਰਹੀਆਂ। ਔਰ ਜਿਹੜੀ ਗੱਲ ਭੁਪਿੰਦਰ ਸਿੰਘ ਹੁੱਡਾ ਹੋਣਾ ਨੇ ਕਹੀ ਹੈਗੀ, ਜਿਹਦਾ ਤੁਸੀਂ ਜ਼ਿਕਰ ਕੀਤਾ, ਉਹ ਬਿਲਕੁਲ ਠੀਕ ਹੈਗੀ ਹੈ ਕਿ ਜੇ ਇਸ ਤਰ੍ਹਾਂ ਹੁਣ ਜਿਹੜਾ ਇਤਿਹਾਸ ਹੈ, ਇਤਿਹਾਸ ਜਿਹੜਾ 72 ਸਾਲ ਪਹਿਲਾਂ ਪੜ੍ਹਾਇਆ ਜਾਂਦਾ ਰਿਹਾ, ਇੱਕ ਇਤਿਹਾਸ ਹੁਣ ਨਵੇਂ ਸਿਰੇ ਤੋਂ ਜਿਹੜਾ ਪੜ੍ਹਾਉਣ ਦਾ ਯਤਨ ਹੋ ਰਿਹਾ, ਤਾਂ ਉਹਦੇ ਨਾਲ ਬੱਚਿਆਂ ਦੇ ਮਨਾਂ 'ਚ ਤਾਂ ਜ਼ਰੂਰ ਮਾਨਸਿਕਤਾ ਦੇ ਉੱਤੇ ਇਸਦਾ ਅਸਰ ਜਿਹੜਾ ਉਹ ਪਏਗਾ। ਕਿਉਂਕਿ ਜਿਹੜੇ ਪਹਿਲਾਂ ਜਿਹੜੇ ਬੱਚਿਆਂ ਦੇ ਮਾਪੇ ਹੈ ਜਾਂ ਦੂਸਰੇ ਹੈ, ਉਹ ਉਹਨਾਂ ਨੂੰ ਜਿਹੜੇ ਇਤਿਹਾਸ ਬਾਰੇ ਜਾਣਕਾਰੀ ਦੇਣਗੇ ਉਹ ਹੋਰ ਹੋਏਗੀ, ਤੇ ਜਿਹੜੀ ਕਿਤਾਬਾਂ 'ਚ ਉਹਨਾਂ ਨੂੰ ਪੜ੍ਹਾਇਆ ਜਾਏਗਾ ਉਹ ਵੱਖਰੀ ਹੋਏਗੀ, ਆਪਾ ਵਿਰੋਧ ਵਾਲੀ ਗੱਲ ਹੋਏਗੀ। ਹੁਣ ਜਿਸ ਤਰ੍ਹਾਂ ਸਵਰਕਰ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਇਹ ਆ ਵੀ ਰਹੀਆਂ ਹੈਗੀਆਂ ਕਿ ਜਿਹੜੀ ਉਹਨਾਂ ਦੀ ਉੱਥੋਂ ਦੀ ਜੇਲ੍ਹ ਵਾਲੀ ਗੱਲ ਸਾਹਮਣੇ ਆਈ, ਚਿੱਠੀ ਲਿਖਣ ਵਾਲੀ, ਕਿ ਉਹ ਵੀ ਇੱਕ ਜਿਹੜੇ ਹੈ ਮਾਫੀਨਾਮੇ ਦਾ ਕੋਈ ਜ਼ਿਕਰ ਨਹੀਂ ਹੋਵੇਗਾ। ਹਾਂ, ਸੋ ਇਸ ਕਰਕੇ ਉਹ ਜਿਹੜੀਆਂ ਘਟਨਾਵਾਂ ਹੈਗੀਆਂ ਉਹਦੇ ਵਿੱਚ ਜਿਹੜੀ ਪ੍ਰਸ਼ੰਸਾ ਵਾਲੀ ਗੱਲ ਹੋਏਗੀ ਕਿ ਠੀਕ ਹੈ ਕਿ 1916 ਤੋਂ ਪਹਿਲਾਂ ਇਹ ਕਿਹਾ ਜਾਂਦਾ ਹੈ ਕਿ ਜਿੰਨੀ ਦੇਰ ਤੱਕ ਮਹਾਤਮਾ ਗਾਂਧੀ ਰਿਸ਼ਤੇ ਨਹੀਂ ਆਏ, ਉਦੋਂ ਤੱਕ ਉਹਨਾਂ ਦੀਆਂ ਕੁਝ ਭੂਮਿਕਾਵਾਂ ਦੀ ਜਿਹੜੀ ਹੈ ਆਜ਼ਾਦੀ ਲਈ ਕੰਟਰੀਬਿਊਸ਼ਨ, ਆਜ਼ਾਦੀ ਦੇ ਅੰਦੋਲਨ ਦੀ, ਉਸ ਗੱਲ ਨੂੰ ਮੰਨਿਆ ਜਾਂਦਾ ਹੈ। ਕੁਝ ਹਲਕੇ ਇਹ ਗੱਲ ਨੂੰ ਵੀ ਕਹਿੰਦੇ ਆ, ਪਰ ਇਹ ਜ਼ਰੂਰ ਹੈ ਕਿ ਹੁਣ ਜਿਸ ਢੰਗ ਨਾਲ ਇਹ ਸਾਰੇ ਕੁਝ ਨੂੰ ਪੇਸ਼ ਕੀਤਾ ਜਾਏਗਾ, ਤਾਂ ਉਹਦੇ ਨਾਲ ਇੱਕ ਨਵਾਂ ਸਥਿਤੀ ਤੇ ਨਵਾਂ ਵਾਦ ਵਿਵਾਦ ਜ਼ਰੂਰ ਛਿੜੇਗਾ, ਰਾਜਸੀ ਤੌਰ ਤੇ ਵੀ ਛਿੜੇਗਾ, ਔਰ ਸਕੂਲਾਂ ਦੇ ਵਿੱਚ ਵੀ ਛਿੜੇਗਾ, ਵਿਦਵਾਨਾਂ 'ਚ ਵੀ ਛਿੜੇਗਾ। ਤਾਂ ਉਹ ਇਸ ਦੇ ਉੱਤੇ ਨਵੇਂ ਪ੍ਰਸ਼ਨ ਚਿੰਨ੍ਹ ਜਿਹੜੇ ਆ ਉਹ ਖੜੇ ਹੋਣਗੇ। ਸੋ ਮੇਰੇ ਖਿਆਲ ਇਹਦੇ ਨਾਲ ਹੀ ਸਾਨੂੰ ਸਮਾਪਤ ਕਰਨਾ ਚਾਹੀਦਾ। ਪਰ ਸ਼੍ਰੀਲੰਕਾ ਦੀ ਜਿਹੜੀ ਹਾਲਤ ਆ ਉਹਦੇ ਉੱਪਰ ਸੰਖੇਪ ਟਿੱਪਣੀ ਨਾਲ ਮੇਰਾ ਖਿਆਲ ਤੁਸੀਂ ਜਿਹੜਾ ਉਹ ਹਾਲਤ ਦੇਖੋ, ਉਹਨਾਂ ਦੀ ਆਰਥਿਕ ਹਾਲਤ ਜਿੰਨੀ ਮਾੜੀ ਹੋ ਗਈ ਸੀ, ਲੋਕਾਂ ਤੋਂ ਬਰਦਾਸ਼ਤ ਨਹੀਂ ਸੀ ਹੋ ਰਿਹਾ ਜੋ ਕੁਛ ਉੱਥੇ ਵਾਪਰ ਰਿਹਾ ਸੀ। ਤਾਂ ਉਹ ਜਿਹੜੀ ਹਾਕਮ ਧਿਰ ਸੀਗੀ, ਹਾਕਮ ਜਮਾਤ ਸੀਗੀ, ਹਾਕਮ ਪਾਰਟੀ ਸੀ, ਉਹਨਾਂ ਵੱਲੋਂ ਲਗਾਤਾਰ ਇਹ ਸਾਰੇ ਸੰਕਟ ਨੂੰ ਹੱਲ ਕਰਨ ਦੇ ਲਈ ਲੋਕਾਂ ਨੂੰ ਦਬਾਉਣ ਦਾ ਯਤਨ ਕੀਤਾ ਗਿਆ। ਪਰ ਲੋਕ ਜਦੋਂ ਇਸ ਹਾਲਤ ਨੂੰ ਪਹੁੰਚੇ ਹੋਏ ਸੀ ਕਿ ਖਾਣ ਨੂੰ ਰੋਟੀ ਨਹੀਂ ਹੈ, ਉਹਨਾਂ ਦੀ ਜੇਬ 'ਚ ਪੈਸਾ ਨਹੀਂ ਹੈ, ਤਾਂ ਉਸ ਸਥਿਤੀ ਦੇ ਵਿੱਚ ਲੋਕ ਸਿੱਧੇ ਹੀ ਫਿਰ ਜਿਹੜੇ ਹੈ ਇਹ ਸਰਕਾਰ ਦੇ ਜਾ ਕੇ ਉਹਨਾਂ ਨੂੰ ਘੇਰਨ ਲੱਗ ਗਏ, ਉਹਨਾਂ ਦੇ ਦਫ਼ਤਰਾਂ ਤੇ, ਉਹਨਾਂ ਦੇ ਘਰਾਂ ਤੇ ਹਮਲੇ ਹੋਣੇ ਸ਼ੁਰੂ ਹੋ ਗਏ। ਬੇਸ਼ੱਕ ਕੱਲ ਜਿਹੜੀ MP ਦੀ ਗੱਲ ਆਈ ਹੈ ਕਿ ਉਹ ਮਾਰਿਆ ਗਿਆ, ਉਹਦੇ ਵਿੱਚ ਦੋ ਤਰ੍ਹਾਂ ਦੇ ਪੱਖ ਆਉਂਦੇ ਆ। ਹਾਂ, ਇੱਕ ਤਾਂ ਇਹ ਹੈਗਾ ਕਿ ਲੋਕਾਂ ਨੇ ਮਾਰਿਆ, ਭੀੜ ਨੇ ਮਾਰਿਆ। ਦੂਸਰਾ ਇਹ ਹੈਗਾ ਕਿ ਉਹ ਇੰਨਾ ਡਰ ਗਿਆ ਕਿ ਉਹ ਉਤਰ ਕੇ ਆਪਣੀ ਕਾਰ 'ਚੋਂ ਭੱਜਿਆ ਤੇ ਉੱਥੇ ਉਹਨੇ ਆਪਣੇ ਆਪ ਨੂੰ ਆਪਣੇ ਰਿਵਾਲਵਰ ਨਾਲ ਗੋਲੀ ਮਾਰ ਲਈ। ਸੋ ਇਸ ਕਰਕੇ ਉੱਥੋਂ ਦੀ ਜਿਹੜੀ ਸਥਿਤੀ ਹੈ ਉਹਦੇ ਵਿੱਚ ਬੰਗਲਾਦੇਸ਼ ਉਹਨਾਂ ਦੀ ਜਿਹੜੀ ਬਾਂਹ ਫੜਨ ਲਈ ਵੀ ਅੱਗੇ ਆਇਆ ਕਿ ਉਹਨਾਂ ਨੂੰ ਜਿਹੜੇ ਲੋਨ ਦੇ ਵਿੱਚ ਉਹਨਾਂ ਨੇ ਮਿਆਦ ਹੋਰ ਵਧਾ ਦਿੱਤੀ ਹੈ, ਜਿਹੜਾ ਸਵਾਈਪ ਕਰਨ ਵਾਲਾ ਲੋਨ ਸੀਗਾ। ਸੋ ਇਸ ਕਰਕੇ ਵੱਖ-ਵੱਖ ਦੇਸ਼ ਉਹਨਾਂ ਦੀ ਮਦਦ ਤਾਂ ਕਰ ਰਹੇ, ਪਰ ਹਾਲਤ ਜਿੰਨੀ ਮਾੜੀ ਹੋ ਗਈ ਹੈ ਉਹਦਾ ਮੁੱਖ ਕਾਰਨ ਜਿਹੜਾ ਉਹਨਾਂ ਦਾ ਕਰਜ਼ਾ ਦੱਸਿਆ ਜਾ ਰਿਹਾ, ਜਿਹੜਾ ਉਹਨਾਂ ਦੇ ਸਿਰ ਤੇ ਚੜਿਆ, ਔਰ ਜਿਹੜਾ ਅਨਪਲਾਨਡ ਢੰਗ ਨਾਲ ਜਿਹੜਾ ਉੱਥੇ ਉਹਨਾਂ ਨੇ ਡਿਵੈਲਪਮੈਂਟ ਕਰਨ ਦੀ ਯਤਨ ਕੀਤਾ ਹੈਗਾ। ਖੇਤੀ ਨੇ ਵਿਗਾੜਿਆ ਉਹਨਾਂ ਮਾਮਲਾ। ਇੱਕਦਮ ਜਿਹੜਾ ਖੇਤੀ ਚੱਲ ਰਹੀ ਸੀ ਉਹਨਾਂ ਕਿਹਾ ਵੀ ਆਰਗੈਨਿਕ ਖੇਤੀ ਕਰੋ, ਜੈਵਿਕ ਖੇਤੀ ਕਰੋ, ਉਹਦੇ ਨਾਲ ਸਾਰਾ ਕੁਝ ਹੀ ਉਹਨਾਂ ਦਾ ਵਿਗੜ ਗਿਆ। ਸਾਰੀ ਸਥਿਤੀ ਜਿਹੜੀ ਇੱਕਦਮ ਹੀ ਉੱਥੇ
ਵਿਗੜ ਗਈ ਔਰ ਲੋਕਾਂ ਨੂੰ। ਔਰ ਉੱਥੇ ਦੇਖਣ ਵਾਲੀ ਗੱਲ ਇਹ ਵੀ ਹੈਗੀ ਹੈ ਕਿ ਉੱਥੋਂ ਦੇ ਜਿਹੜੇ ਧਾਰਮਿਕ ਗੁਰੂ ਹੈ, ਬੋਧੀ ਗੁਰੂ ਹੈ, ਉਹ ਵੀ ਸਾਰੇ ਇਸ ਗੱਲ ਦੇ ਅੱਗੇ ਆ ਕੇ ਲੋਕਾਂ ਦੀ ਅਗਵਾਈ ਕਰ ਰਿਹਾ, ਲੋਕਾਂ ਦਾ ਸਾਥ ਦੇ ਰਿਹਾ, ਲੋਕਾਂ ਦੇ ਨਾਲ ਖੜੇ ਹੈ। ਸੋ ਇਸੇ ਕਰਕੇ ਉਹਨੂੰ ਪ੍ਰਧਾਨ ਮੰਤਰੀ ਨੂੰ ਹੁਣ ਅਸਤੀਫਾ ਦੇਣਾ ਪਿਆ ਕਿ ਬੇਸ਼ੱਕ ਉਹਨਾਂ ਨੇ ਸਾਰੇ ਦੇਸ਼ 'ਚ ਕਰਫਿਊ ਲਾ ਦਿੱਤਾ ਤੇ ਬਕਾਇਦਾ ਜਿਹੜੀ ਹੈ ਸ਼੍ਰੀ ਲੰਕਾ ਦੇ ਵਿੱਚ ਜਿਹੜੀ ਰਾਜਧਾਨੀ ਕੋਲੰਬੋ ਹੈ ਉੱਥੇ ਉਹਨਾਂ ਨੇ ਫੌਜ ਤਾਇਨਾਤ ਕਰ ਲਈ, ਪਰ ਲੋਕਾਂ ਦਾ ਰੋਹ ਜਿਹੜਾ ਹੈ, ਲੋਕਾਂ ਦਾ ਜਿਹੜਾ ਮੁਜ਼ਾਹਰੇ ਹੈ, ਲੋਕਾਂ ਦੇ ਪ੍ਰਦਰਸ਼ਨ ਹੈ, ਲੋਕ ਮਰ ਵੀ ਰਹੇ ਹੈ, ਪਰ ਉਸ ਦੇ ਬਾਵਜੂਦ ਲਗਾਤਾਰ ਉਹ ਜਾਰੀ ਹੈ। ਉਸੇ ਦਬਾਅ ਦੇ ਕਾਰਨ ਸਰਕਾਰ ਨੂੰ, ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣਾ ਪਿਆ। ਹੁਣ ਦੇਖੋ ਉੱਥੇ ਜਿਹੜੀਆਂ ਸਾਰੀਆਂ ਪਾਰਟੀਆਂ ਦੀ ਸਾਂਝੀ ਸਰਕਾਰ ਬਣਦੀ ਹੈ ਜਾਂ ਨਵੀਂ ਸਥਿਤੀ ਕਿਸ ਪਾਸੇ ਨੂੰ ਅੱਗੇ ਵਧਦੀ ਹੈ, ਇਹ ਹੁਣ ਦੇਖੋ। ਸੋ ਜੰਡੂ ਸਾਹਿਬ ਬਹੁਤ ਬਹੁਤ ਧੰਨਵਾਦ। ਧੰਨਵਾਦ।